ਬਹਿਬਲ ਕਲਾਂ ਗੋਲੀकांड ਦੇ 6 ਸਾਲ ਬੀਤਣ ਤੇ ਅੱਜ ਕੋਟਕਪੂਰਾ ਦੇ ਵਿੱਚ ਲਾਣਤ ਦਿਹਾੜਾ ਮਨਾਇਆ ਗਿਆ। ਬਾਦਲਾਂ ਨੂੰ ਕੀ ਲਾਣਤਾਂ ਪਾਈਆਂ ਗਈਆਂ ਵਿਸਥਾਰ ਦੇ ਵਿੱਚ ਦੱਸਾਂਗੇ। ਕੱਲ ਨੂੰ ਦੁਸ਼ਹਿਰਾ ਹੈ ਪਰ ਮੋਦੀ ਦੇ ਪੁਤਲੇ ਪਰਸੋਂ ਫੂਕੇ ਜਾਣਗੇ। BSF ਦੀਆਂ ਵਧਾਈਆਂ ਤਾਕਤਾਂ ਦੇ ਲਈ ਕੈਪਟਨ ਸਾਹਿਬ ਕਿਵੇਂ ਜ਼ਿੰਮੇਦਾਰ ਨੇ। ਨਵਜੋਤ ਸਿੰਘ ਸਿੱਧੂ ਹਾਈ ਕਮਾਨ ਕੋਲ ਪਹੁੰਚੇ ਨੇ, ਦੇਖੋ ਕੀ ਬਣਦਾ ਹੈ। ਅਕਾਲੀਆਂ ਤੇ ਬਸਪਾ ਦੇ ਗੱਠਜੋੜ ਨੂੰ ਕੀ ਹੋ ਗਿਆ ਹੈ, ਹਾਥੀ ਕਿਉਂ ਗਾਇਬ ਹੋ ਗਿਆ ਹੈ ਅਕਾਲੀਆਂ ਦੀਆਂ ਰੈਲੀਆਂ ਦੇ ਵਿੱਚੋਂ। ਸਤਿ ਸ਼੍ਰੀ ਅਕਾਲ ਜੀ, ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਸਾਰੀਆਂ ਖਬਰਾਂ ਵਿਸਤਾਰ ਦੇ ਨਾਲ ਦੱਸਾਂਗੇ। ਪੰਜਾਬ, ਭਾਰਤ ਤੇ ਪੂਰੀ ਦੁਨੀਆ ਦੀਆਂ। ਪਹਿਲਾਂ ਤੁਹਾਨੂੰ ਕੱਲ ਦੀ ਲੋਕ ਰਾਏ ਦਾ ਨਤੀਜਾ ਦੱਸ ਦਿੰਦੇ ਹਾਂ। ਲੋਕ ਰਾਏ ਸੀ ਕਿ ਸੈਂਟਰ ਸਰਕਾਰ ਨੇ ਪੰਜਾਬ ਸਮੇਤ 3 ਸੂਬਿਆਂ 'ਚ BSF ਦਾ ਦਾਇਰਾ ਵਧਾਉਣ ਦਾ ਤਾਨਾਸ਼ਾਹੀ ਐਲਾਨ ਕੀਤਾ ਹੈ। ਸਿਆਸੀ ਪਾਰਟੀਆਂ ਕਹਿ ਰਹੀਆਂ ਨੇ ਇਹ ਐਮਰਜੈਂਸੀ ਲਾ ਕੇ ਅੱਧਾ ਪੰਜਾਬ ਦਬ ਲਿਆ। ਆਮ ਲੋਕ ਵੀ ਕਹਿ ਰਹੇ ਨੇ ਕਿ ਤੁਸੀਂ ਸਹਿਮਤ ਹੋ ਤਾਂ ਸਾਡੇ 50% ਦਰਸ਼ਕ ਸਹਿਮਤ ਨੇ ਤੇ 50% ਅਸਹਿਮਤ ਵੀ ਨੇ। ਅੱਜ ਦੀ ਲੋਕ ਰਾਏ ਹੈ ਕਿ ਬਹਿਬਲ ਕਲਾਂ ਗੋਲੀकांड ਦੇ 6 ਸਾਲ ਅੱਜ ਪੂਰੇ ਹੋ ਗਏ ਨੇ। 2 ਸਿੱਖ ਮਾਰੇ ਗਏ ਸੀ, ਹਲੇ ਤੱਕ ਵੀ ਇਨਸਾਫ ਨਹੀਂ ਮਿਲਿਆ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਰਕਾਰ ਜਿਹਦੇ ਕੁਝ ਕੁ ਮਹੀਨੇ ਰਹਿੰਦੇ ਨੇ, ਜਿਹੜੀ ਇਸੇ ਮੁੱਦੇ ਦੇ ਉੱਤੇ ਸਰਕਾਰ ਬਣਾ ਕੇ ਗਈ ਸੀ 2017 ਦੇ ਵਿੱਚ, ਕੀ ਇਹ ਸਰਕਾਰ ਇਨਸਾਫ ਦੇਵੇਗੀ ਇਸ ਮੁੱਦੇ ਦੇ ਵਿੱਚ? ਜੇ ਤੁਹਾਨੂੰ ਲੱਗਦਾ ਕਿ ਇਨਸਾਫ ਹੋ ਜਾਊਗਾ ਰਹਿੰਦੇ 2-3 ਮਹੀਨਿਆਂ ਦੇ ਵਿੱਚ ਤਾਂ ਯੈਸ ਜਾਂ ਹਾਂ ਲਿਖਿਓ। ਜੇ ਤੁਹਾਨੂੰ ਲੱਗਦਾ ਨਹੀਂ ਹੋਏਗਾ ਨੋ ਜਾਂ ਨਾ ਲਿਖਿਓ। ਖਬਰਾਂ ਵਿਸਥਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ। 14 ਅਕਤੂਬਰ 2021 ਤੋਂ ਪੂਰੇ 6 ਸਾਲ ਪਹਿਲਾਂ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਦੇ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਦੇ ਉੱਤੇ ਪੁਲਿਸ ਨੇ ਜ਼ੁਲਮ ਢਾਇਆ ਸੀ ਅਤੇ 6 ਸਾਲਾਂ ਬਾਅਦ ਉਸੇ ਕੋਟਕਪੂਰਾ ਵਾਲੇ ਬੱਤੀਆਂ ਵਾਲੇ ਚੌਂਕ ਵਿੱਚ ਬਾਦਲਾਂ ਦੇ ਨਾਮ ਤੇ ਲਾਨਤ ਪੱਤਰ ਪੜਿਆ ਗਿਆ। ਉਹਦੇ ਵਿੱਚ ਕਿਹਾ ਗਿਆ ਕਿ ਅੱਜ ਦੇ ਦਿਨ 2015 ਨੂੰ ਬਾਦਲਾਂ ਨੇ ਜੋ ਸਿੱਖ ਸੰਗਤ ਤੇ ਸਰੀਰਕ ਤੇ ਮਾਨਸਿਕ ਤਸ਼ੱਦਦ ਕਰਦਿਆਂ ਜ਼ੁਲਮ ਢਾਇਆ ਸੀ, ਉਸ ਜ਼ੁਲਮ ਲਈ ਬਾਦਲਾਂ ਦੀਆਂ 7 ਪੀੜ੍ਹੀਆਂ ਨੂੰ ਵੀ ਲਾਹਨਤਾਂ ਪੈਂਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਸਲਾਹ ਦਿੱਤੀ ਗਈ ਕਿ ਉਹ ਬਾਦਲ ਤੇ ਕੈਪਟਨ ਦੇ ਰਾਹ ਤੇ ਚੱਲਦਿਆਂ ਉਸੇ ਸਿਆਸੀ ਖੱਡੇ ਵਿੱਚ ਨਾ ਡਿੱਗਣ ਜਿੱਥੇ ਪਹਿਲੇ 2 ਮੁੱਖ ਮੰਤਰੀ ਡਿੱਗੇ ਨੇ। ਸਰਕਾਰ ਕੋਲ ਬਚੇ ਸਮੇਂ ਦੇ ਵਿੱਚ ਹੁਣ ਗੱਲਾਂ ਜਾਂ ਵਾਅਦਿਆਂ ਦਾ ਸਮਾਂ ਨਹੀਂ ਹੈ, ਬਲਕਿ ਇਹਨਾਂ ਕੇਸਾਂ ਦੇ ਵਿੱਚ ਨਿਆਂ ਦੇ ਕੇ ਨਤੀਜਿਆਂ ਦੇ ਨਾਲ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਮੁੜ ਬਹਾਲ ਕਰਨਾ ਹੋਵੇਗਾ। ਸੋ ਸਿੱਖ ਸੰਗਤ ਦੇ ਹਿਰਦੇ ਵਿੱਚ ਜਿਹੜੀ ਬੇਅਦਬੀ ਦੀ ਇਹ ਪੀੜ ਹੈ, ਗੋਲੀकांड ਦੀ ਪੀੜ ਹੈ, ਉਸੇ ਤਰ੍ਹਾਂ ਹੀ ਅੱਲੀ ਪਈ ਹੈ। 6 ਸਾਲਾਂ ਦੇ ਬਾਅਦ ਵੀ ਜ਼ਖਮ ਉਸੇ ਤਰ੍ਹਾਂ ਪਏ ਨੇ ਅਤੇ ਜਿਹੜੇ ਇਸ ਬਹਿਬਲ ਕਲਾਂ ਗੋਲੀकांड ਦੇ ਵਿੱਚ 2 ਸਿੱਖ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ ਸੀ, ਉਹਨਾਂ ਦੇ ਪਰਿਵਾਰ ਨੇ ਜਿਹੜੇ ਉਹ ਅੱਜ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਨੇ। ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਕਹਿੰਦੇ ਨੇ ਕਿ ਅੱਜ ਅਸੀਂ ਇਕੱਲੇ ਰਹਿ ਗਏ ਹਾਂ, ਯਾਨੀ ਕਿ ਇਕੱਲੇ। ਇੱਕ ਤਾਂ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਉਹਦੇ ਕਰਕੇ ਤਾਂ ਪਰਿਵਾਰ ਇਕੱਲਾ ਰਿਹਾ ਹੀ ਰਿਹਾ। ਦੂਸਰਾ ਉਹਨਾਂ ਦਾ ਇਕੱਲੇ ਰਹਿਣ ਦਾ ਮਤਲਬ ਹੈ ਕਿ ਅੱਜ ਵੀ ਸਿੱਖ ਇਸ ਮਸਲੇ ਤੇ ਇਕੱਠੇ ਨਹੀਂ ਹੈਗੇ। ਜੇ ਸਾਰੇ ਇਕਜੁੱਟ ਹੁੰਦੇ ਤਾਂ ਸ਼ਾਇਦ ਇਨਸਾਫ ਮਿਲ ਜਾਂਦਾ, ਨਿਆਂ ਮਿਲ ਜਾਂਦਾ। ਪੰਜਾਬ ਦੇ ਵਿੱਚ 2015 ਤੋਂ ਲੈ ਕੇ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀਆਂ 100 ਤੋਂ ਵੱਧ ਵਾਰੀ ਹਿਰਦੇ ਨੂੰ ਵਲੂੰਦਰਨ ਵਾਲੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਪਿਛਲੀਆਂ ਚੋਣਾਂ ਦੇ ਵਿੱਚ ਵੀ ਇਹ ਭਖ ਦਾ ਮਸਲਾ ਬਣਿਆ, ਮੁੱਖ ਮੁੱਦਾ ਬਣਿਆ ਚੋਣਾਂ ਦਾ, ਪਰ ਨਾ ਹੀ ਤਾਂ ਬੇਅਦਬੀ ਦੀਆਂ ਘਟਨਾਵਾਂ ਰੁਕੀਆਂ ਤੇ ਨਾ ਹੀ ਦੋਸ਼ੀ ਕਾਬੂ ਕੀਤੇ ਗਏ। ਸ਼ਹੀਦੀ ਪਾਉਣ ਵਾਲਿਆਂ ਨੂੰ ਇਨਸਾਫ ਮਿਲਣਾ ਤਾਂ ਗੱਲ ਹੀ ਦੂਰ ਦੀ ਹੈ। ਇਹੋ ਵਜ੍ਹਾ ਹੈ ਕਿ ਪੀੜਤ ਪਰਿਵਾਰ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਨ ਲੱਗੇ ਨੇ। ਸਰਕਾਰ ਨੇ ਮੂੰਹੋਂ ਪਲੋਸਵੀਆਂ 6 ਸਪੈਸ਼ਲ ਜਾਂਚ ਟੀਮਾਂ ਦਾ ਗਠਨ ਵੀ ਕੀਤਾ, 2 ਜਾਂਚ ਕਮਿਸ਼ਨ ਬਿਠਾਏ, ਮਾਮਲਾ CBI ਨੂੰ ਵੀ ਸੌਂਪਿਆ, ਫਿਰ ਵਾਪਸ ਲੈ ਲਿਆ, ਪਰ ਦੋਸ਼ੀ ਹਾਲੇ ਵੀ ਗ੍ਰਿਫਤ ਤੋਂ ਬਾਹਰ ਨੇ ਤੇ ਦੁਸ਼ਮਣ ਲਗਾਤਾਰ ਸਿੱਖਾਂ ਨੂੰ ਲਲਕਾਰ ਰਿਹਾ ਹੈ। ਤਖਤਾਂ ਤੇ ਜਾ ਕੇ ਵੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ, ਪਰ ਕਿਤੇ ਨਾ ਕਿਤੇ ਸਿੱਖ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਜ਼ਿੰਮੇਵਾਰ ਜਿਹੜੇ ਲੋਕ ਬੈਠੇ ਨੇ ਉਹ ਸ਼ਾਇਦ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਤਾਜ਼ਾ ਮਾਮਲਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਹੈ। ਘਟਨਾ ਵਾਪਰੇ ਨੂੰ ਮਹੀਨਾ ਤਕਰੀਬਨ ਹੋ ਚੱਲਿਆ, ਪਰ SGPC ਪ੍ਰਧਾਨ ਬੀਬੀ ਜਗੀਰ ਕੌਰ ਦੀਆਂ ਚੇਤਾਵਨੀਆਂ ਦਾ ਵੀ ਪੁਲਿਸ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਸਿੱਖ ਜਥੇਬੰਦੀਆਂ ਜਿਹੜੀਆਂ ਧਰਨਾ ਲਾ ਕੇ ਬੈਠੀਆਂ ਸੀ ਉਹ ਵੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਹੀਂ ਦਿਖਾਈ ਦਿੰਦੀਆਂ। ਸਾਰੇ ਇਸ ਮਸਲੇ ਦੇ ਵਿੱਚ ਹੁਣ ਚੁੱਪ ਬੈਠੇ ਨੇ। ਆਖਿਰਕਾਰ ਕਿਉਂ? ਕੁਝ ਲੋਕ ਇਹ ਵੀ ਕਹਿੰਦੇ ਨੇ ਕਿ SGPC ਦੇ ਪ੍ਰਧਾਨ ਹੋਣ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ, ਜਦੋਂ ਗੁਰੂ ਦੀ ਬੇਅਦਬੀ ਹੋ ਜੇ ਤਾਂ ਪਹਿਲਾਂ ਸਿੱਖ ਇਤਿਹਾਸ ਦੱਸਦਾ ਕਿ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਸੀ, ਪਰ ਅੱਜ ਤਾਂ ਮਸਲੇ ਨੂੰ ਲੁਕਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਹਰ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ, ਜ਼ਿੰਮੇਵਾਰ ਸਿੱਖ ਲੀਡਰਾਂ ਦੇ ਵੱਲੋਂ ਵੀ। बादल कैप्टन मुर्दाबाद,
ਦੂਸਰੀ ਖਬਰ ਪੰਜਾਬ ਦੇ ਵਿੱਚ BSF ਦਾ ਜਿਹੜਾ ਅਧਿਕਾਰ ਖੇਤਰ ਵਧਾਇਆ ਗਿਆ ਹੈ ਉਸ ਨੂੰ ਲੈ ਕੇ ਹੈ। BSF ਨੇ ਪਹਿਲੀ ਵਾਰੀ ਆਪਣਾ ਪ੍ਰਤੀਕਰਮ ਦਿੱਤਾ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਮਸਲੇ ਦੇ ਉੱਤੇ ਸਿਆਸਤ ਕਾਫੀ ਭਖੀ ਹੋਈ ਹੈ। ਰੋਹ ਹੈ ਜਿਹੜਾ ਉਹ ਲੋਕਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ। BSF ਦੇ IG ਆਪਰੇਸ਼ਨਸ ਸੋਲੋਮਨ ਮਿੰਜ਼ ਨੇ ਕਿਹਾ ਕਿ ਇਸ ਫੈਸਲੇ ਦੇ ਨਾਲ ਸਰਹੱਦੀ ਸੁਰੱਖਿਆ ਨੂੰ ਮਜ਼ਬੂਤੀ ਜ਼ਰੂਰ ਮਿਲੇਗੀ ਪਰ ਪੁਲਿਸ ਦੇ ਅਧਿਕਾਰਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਕਿਸੇ ਵੀ ਸੂਬੇ ਦੇ ਵਿੱਚ ਪੁਲਿਸ ਦੇ ਅਧਿਕਾਰਾਂ ਨੂੰ ਨੁਕਸਾਨ ਨਹੀਂ ਹੋਏਗਾ। ਸੂਬਿਆਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋ ਰਹੀ। ਅਸੀਂ ਸੂਬੇ ਦੀ ਪੁਲਿਸ ਦੇ ਨਾਲ ਮਿਲ ਕੇ ਹੀ ਕੰਮ ਕਰਾਂਗੇ। ਸਾਰੀਆਂ FIRs ਪੁਲਿਸ ਥਾਣਿਆਂ ਦੇ ਵਿੱਚ ਹੀ ਦਰਜ ਹੋਣਗੀਆਂ। ਪੁਲਿਸ ਦਾ ਅਧਿਕਾਰ ਖੇਤਰ ਉਹੀ ਰਹੇਗਾ ਜੋ ਪਹਿਲਾਂ ਸੀ। ਦੋਸ਼ੀ ਦੀ ਜਾਂਚ, ਉਸ ਤੇ FIR ਸਭ ਕੁਝ ਥਾਣੇ ਦੇ ਵਿੱਚ ਹੀ ਹੋਵੇਗਾ। ਅਸੀਂ ਜਿੱਥੇ ਪਹਿਲਾਂ 15 ਕਿਲੋਮੀਟਰ ਤੱਕ ਜਾਂਦੇ ਸੀ ਉੱਥੇ ਹੁਣ ਬਸ ਅਸੀਂ ਸਿਰਫ 50 ਕਿਲੋਮੀਟਰ ਤੱਕ ਅੱਗੇ ਜਾ ਸਕਦੇ ਹਾਂ। ਯਾਨੀ ਕਿ ਉਹਨਾਂ ਨੂੰ ਇੱਕ ਨਿੱਕੀ ਜੀ ਗੱਲ ਲੱਗਦੀ ਹੈ ਕਿ 15 ਕਿਲੋਮੀਟਰ ਤੋਂ ਜਿਹੜਾ 50 ਕਿਲੋਮੀਟਰ ਦਾਇਰਾ ਵਧਾ ਦਿੱਤਾ ਗਿਆ ਹੈ ਉਹ ਬਸ ਇੱਕ ਨਿੱਕੀ ਜੀ ਗੱਲ ਹੈ, ਬਾਕੀ ਸਾਰਾ ਕੁਝ ਪੰਜਾਬ ਦੇ ਹੱਥ ਵਿੱਚ ਹੀ ਹੈ। ਇਸੇ ਮਸਲੇ ਦੇ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਅਤੇ ਵਿਜੇਂਦਰ ਸਿੰਗਲਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਤੇ ਇਹ ਸਾਰਾ ਭਾਂਡਾ ਭੰਨਿਆ, ਖੂਬ ਨਿਸ਼ਾਨੇ ਕਸੇ। ਉਹਨਾਂ ਦੋਵਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੇਂਦਰ ਦੇ ਵੱਲੋਂ ਅੱਧੇ ਪੰਜਾਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਪਰ ਅਸੀਂ ਇਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਇਹ ਕੋਸ਼ਿਸ਼ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਅਪੀਲ ਤੇ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਮੈਂ ਤਾਂ ਹਮੇਸ਼ਾ ਹੀ ਕਿਹਾ ਸੀ ਕਿ BJP ਦੇ ਨਾਲ ਹੀ ਨੇ ਉਹ ਹਮੇਸ਼ਾ ਤੋਂ। ਕੈਪਟਨ ਜਦੋਂ ਪਹਿਲੀ ਵਾਰੀ ਕਹਿੰਦੇ ਦਿੱਲੀ BJP ਦੇ ਕੋਲ ਗਏ ਸੀ ਉਦੋਂ ਝੋਨੇ ਦੀ ਖਰੀਦ ਹੈ ਜਿਹੜੀ 10 ਦਿਨ ਲੇਟ ਕਰਵਾਇਆ ਏ ਤੇ ਹੁਣ ਜਦੋਂ ਫੇਰ ਗਏ ਨੇ ਤਾਂ ਇਹ ਵਾਲੀ ਸ਼ਰਾਰਤ ਕਰਕੇ ਆ ਗਏ। ਹੁਣ ਤਾਂ BSF ਦੇ ਅਧਿਕਾਰ ਹੀ ਵਧਾ ਦਿੱਤੇ। ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਇੰਜ ਨਾ ਕਰੋ, ਅਸੀਂ ਤੁਹਾਨੂੰ ਵੱਡੇ ਲੀਡਰ ਵਜੋਂ ਤੇ ਸਤਿਕਾਰ ਵਜੋਂ ਦੇਖਦੇ ਹਾਂ ਪਰ ਇਸ ਤਰ੍ਹਾਂ BJP ਦੇ ਨਾਲ ਰਲ ਕੇ ਪੰਜਾਬ ਦੇ ਬਾਰੇ ਇਸ ਤਰ੍ਹਾਂ ਦੀਆਂ ਚਾਲਾਂ ਨਾ ਚੱਲੋ। ਕੈਪਟਨ ਦੀ ਮਨਸ਼ਾ ਕਹਿੰਦੇ ਪੰਜਾਬ ਦੇ ਵਿੱਚ ਹਮੇਸ਼ਾ ਗਵਰਨਰੀ ਰਾਜ ਲਗਵਾਉਣ ਦੀ ਰਹੀ ਹੈ। ਸਾਡੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਬਿਆਨ ਆਉਣਾ, ਕਿਉਂਕਿ ਅਸੀਂ ਕੀ ਇਹ ਪ੍ਰੂਵ ਕਰਨਾ ਚਾਹੁੰਦੇ ਆ, ਉਹ ਤਾਂ ਇਸ ਤਰ੍ਹਾਂ ਐਕਟ ਕਰਦੇ ਕਿਉਂਕਿ ਮੈਂ ਤਾਂ ਹਮੇਸ਼ਾ ਕਹਿੰਦਾ ਸੀ ਕਿ BJP ਨਾਲ ਹੀ ਹੈ। ਪਹਿਲਾਂ ਜਿੱਦਣ ਗਏ ਸੀ ਉਦਣ 10 ਦਿਨ ਲਈ ਪੈਡੀ ਡਿਲੇ ਕਰਾਇਆ ਹੈ, ਜਿੱਦਣ ਹੁਣ ਗਏ ਤੇ ਉਦਣ ਆਹ ਸ਼ਰਾਰਤ ਕਰਿਆ ਹੈ। ਕੈਪਟਨ ਅਮਰਿੰਦਰ ਸਿੰਘ ਜੀ ਇਦਾਂ ਨਾ ਕਰੋ, ਅਸੀਂ ਤੁਹਾਨੂੰ ਬਹੁਤ ਹੋਰ ਤਰ੍ਹਾਂ ਦੀ ਰਿਸਪੈਕਟ ਨਾਲ ਦੇਖਦੇ ਹਾਂ ਕਿ ਬਹੁਤ ਵੱਡੇ ਲੀਡਰ ਹੋ, ਬਟ ਐਟ ਦਾ ਸੇਮ ਟਾਈਮ ਇਹੋ ਜਿਹੀਆਂ ਪੰਜਾਬ ਪ੍ਰਤੀ ਔਰ BJP ਨਾਲ ਰਲ ਕੇ ਇਦਾਂ ਦੀਆਂ ਗੱਲਾਂ ਨਾ ਕਰੋ। BJP ਨੂੰ ਵੀ ਇਹਨਾਂ ਨੇ ਸਲਾਹ ਦਿੱਤੀ ਹੈ ਕਿ BJP ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਜਿਹੜਾ ਹੈਗਾ ਤੁਹਾਡੀ ਮਨਸ਼ਾ ਇਸ ਗੱਲ ਤੋਂ ਹੀ ਸਾਫ਼ ਹੋ ਜਾਂਦੀ ਹੈ ਜਦੋਂ ਤੁਸੀਂ ਅੱਧੇ ਪੰਜਾਬ ਤੇ BJP ਦਾ ਕਬਜ਼ਾ ਕਰਵਾਉਣਾ ਚਾਹੁੰਦੇ ਹੋ, ਯਾਨੀ ਕਿ ਤੁਸੀਂ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਹੈ ਜਿਹੜਾ ਉਹ ਚਾਹੁੰਦੇ ਹੋ। ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਹੈ ਕੇਂਦਰੀ ਗ੍ਰਹਿ ਮੰਤਰੀ ਨੂੰ ਕਿ ਪੰਜਾਬ ਦਾ ਨੁਕਸਾਨ ਤਾਂ ਪਹਿਲਾਂ ਹੀ ਬਹੁਤ ਹੋ ਚੁੱਕਿਆ, ਹੁਣ ਤੁਸੀਂ ਗੱਲ ਹੋਰ ਪਾਸੇ ਨੂੰ ਨਾ ਤੋਰੋ। ਪੰਜਾਬ ਹਮੇਸ਼ਾ ਜਦੋਂ ਵੀ ਭਾਰਤ ਤੇ ਕੋਈ ਮੁਸ਼ਕਿਲ ਆਫਤ ਆਉਂਦੀ ਹੈ ਤਾਂ ਮੂਹਰੇ ਇਹ ਢਾਲ ਬਣ ਕੇ ਖੜਦਾ ਰਿਹਾ ਹੈ। BJP ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਦਾ ਸਟੇਕ ਨਹੀਂ ਹੈ, ਲੇਕਿਨ ਪੰਜਾਬ ਨੂੰ ਡਿਸਟਰਬ ਕਰਨ ਵਾਲੀਆਂ, ਕਿਉਂਕਿ ਜਦੋਂ ਤੁਸੀਂ ਅੱਧੇ ਪੰਜਾਬ ਤੇ BSF ਦਾ ਕਬਜ਼ਾ ਕਰਾਉਨੇ ਆ ਨਾ, ਇਹਦਾ ਮਤਲਬ ਇਹ ਹੋਇਆ ਕਿ ਮਨਸ਼ਾ ਤੁਹਾਡੀ ਇਹ ਹੈਗੀ ਆ ਕਿ ਪੰਜਾਬ ਦੇ ਵਿੱਚ ਗਵਰਨਰ ਰੂਲ ਵੱਲ ਨੂੰ ਅਸੀਂ ਇਹਨੂੰ ਤੋੜ ਲਈਏ ਕਿ ਹਾਂ ਵੀ ਡਿਸਟਰਬ ਸਟੇਟ ਹੈਗੀ ਆ। ਸੋ ਮੈਂ ਤਾਂ ਖਾਸ ਕਰਕੇ ਜਿਹੜੇ ਦੇਸ਼ ਦੇ ਹੋਮ ਮਿਨਿਸਟਰ ਹੈ ਉਹਨਾਂ ਨੂੰ ਅਪੀਲ ਕਰੂੰਗਾ ਕਿਉਂਕਿ ਪੰਜਾਬ ਦਾ ਨੁਕਸਾਨ ਪਹਿਲਾਂ ਬਹੁਤ ਹੋ ਚੁੱਕਿਆ। ਪੰਜਾਬ ਨੂੰ ਤੁਸੀਂ 2022 ਜਾਂ 2024 ਲਈ ਕਿਸੇ ਹੋਰ ਪਾਸੇ ਨੂੰ ਨਾ ਤੋਰੋ। ਅਸੀਂ ਹਿੰਦੁਸਤਾਨ ਦੀ ਹਰ ਸੈਕਟਰ ਦੇ ਵਿੱਚ ਹਮੇਸ਼ਾ ਜਿੰਨਾ ਵੀ ਵੱਧ ਚੜ ਕੇ ਹਿੱਸਾ ਪਾਇਆ, ਜਦੋਂ ਵੀ ਕਿਤੇ ਦੇਸ਼ ਨੂੰ ਸਮੱਸਿਆ ਆਈ ਹੈ ਔਰ ਅਸੀਂ ਉਹਦੇ ਵਿੱਚ ਯੋਗਦਾਨ ਪਾਇਆ ਔਰ ਪਾਉਂਦੇ ਰਹਿਣਾ, ਔਰ ਤੁਹਾਡੀਆਂ ਇਹੋ ਜਿਹੀਆਂ ਨਾਕਾਮ ਕੋਸ਼ਿਸ਼ਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਣਾ। ਦਰਅਸਲ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਸ਼ਹੀਦੀਆਂ ਪਾ ਗਏ ਸੀ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਸੀ, ਕਿਹਾ ਸੀ ਕਿ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਵੱਲੋਂ ਵੱਧ ਤੋਂ ਵੱਧ ਹਥਿਆਰ ਤੇ ਨਸ਼ੀਲੀਆਂ ਦਵਾਈਆਂ ਪੰਜਾਬ ਵਿੱਚ ਧੱਕੀਆਂ ਜਾ ਰਹੀਆਂ ਨੇ। BSF ਦੀ ਵਧੀ ਹੋਈ ਮੌਜੂਦਗੀ ਤੇ ਸ਼ਕਤੀਆਂ ਹੀ ਸਾਨੂੰ ਮਜ਼ਬੂਤ ਬਣਾਉਣਗੀਆਂ। ਕੇਂਦਰੀ ਹਥਿਆਰਬੰਦ ਬਲਾਂ ਨੂੰ ਸਿਆਸਤ ਦੇ ਵਿੱਚ ਨਹੀਂ ਖਿੱਚਣਾ ਚਾਹੀਦਾ। ਯਾਨੀ ਕਿ ਉਹਨਾਂ ਦਾ ਇੱਕ ਦਿਨ ਪਹਿਲਾਂ ਵਾਲਾ ਟਵੀਟ ਹੀ ਸਪਸ਼ਟ ਕਰ ਗਿਆ ਸੀ ਕਿ ਉਹ BSF ਨੂੰ ਵੱਧ ਤਾਕਤ ਦਿਵਾਉਣਾ ਚਾਹੁੰਦੇ ਨੇ। ਇਸੇ ਕਰਕੇ
ਜਿਹੜੀ ਮੌਜੂਦਾ ਸਰਕਾਰ ਦੇ ਮੰਤਰੀ ਹੈਗੇ ਨੇ ਉਹਨਾਂ ਨੇ ਕੈਪਟਨ ਨੂੰ ਸਿੱਧਾ ਨਿਸ਼ਾਨੇ ਤੇ ਲਿਆ ਹੈ। ਉਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੈਪਟਨ ਦਾ ਪੱਖ ਪੂਰਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸਾਨੂੰ ਆਪਣੇ ਸੁਰੱਖਿਆ ਬਲਾਂ ਤੇ ਬੇਹੱਦ ਮਾਣ ਹੈ ਜੋ ਸਰਹੱਦਾਂ ਦੀ ਰਾਖੀ ਕਰਦੇ ਨੇ, ਵਿਦੇਸ਼ੀ ਹਮਲਾਵਰਾਂ ਤੋਂ ਭਾਰਤ ਦੀ ਸੁਰੱਖਿਆ ਕਰਦੇ ਨੇ। ਸੁਰੱਖਿਆ ਬਲਾਂ ਨੂੰ ਲੀਡਰਾਂ ਤੇ ਸਰਕਾਰਾਂ ਦੀ ਨਾਕਾਮੀ ਕਰਕੇ ਪੈਦਾ ਹੋਏ ਹਾਲਾਤ ਨੂੰ ਕਾਬੂ ਕਰਨ ਲਈ ਇਸਤੇਮਾਲ ਕਰਨਾ ਬੇਹੱਦ ਖਤਰਨਾਕ ਹੈ। ਸੁਰੱਖਿਆ ਬਲਾਂ ਨੂੰ ਸਿਆਸੀ ਹਥਿਆਰ ਵਜੋਂ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਤੇ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਤੋਂ ਬਿਹਤਰ ਕੋਈ ਨਹੀਂ ਜਾਣਦਾ। ਯਾਨੀ ਕਿ ਜਾਖੜ ਨੇ ਦੂਸਰਾ ਇਹ ਟਵੀਟ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਮੌਜੂਦਾ ਮੁੱਖ ਮੰਤਰੀ ਤੋਂ ਨਾਰਾਜ਼ ਨੇ। ਜਦੋਂ ਬੀਐਸਐਫ ਨੂੰ ਵੱਧ ਅਧਿਕਾਰਾਂ ਵਾਲਾ ਐਲਾਨ ਮੋਦੀ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਸੀ, ਉਸੇ ਟਾਈਮ ਸੁਨੀਲ ਜਾਖੜ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਮੌਜੂਦਾ ਮੁੱਖ ਮੰਤਰੀ ਨੂੰ ਤਿੱਖੇ ਸਵਾਲ ਨੇ ਜਿਹੜੇ ਉਹ ਕੀਤੇ ਸੀ ਤੇ ਉਹਨਾਂ ਦੀ ਅਮਿਤ ਸ਼ਾਹ ਦੇ ਨਾਲ ਜਿਹੜੀ ਬੈਠਕ ਹੋਈ ਸੀ ਉਸ ਤੇ ਵੀ ਸ਼ੰਕਾ ਜਿਹੜਾ ਜਤਾਇਆ ਸੀ ਤੇ ਹੁਣ ਦੂਸਰਾ ਟਵੀਟ ਵੀ ਉਹਨਾਂ ਨੇ ਕੈਪਟਨ ਦੇ ਪੱਖ ਵਿੱਚ ਕੀਤਾ। ਇਸ ਮਸਲੇ ਤੇ ਪੰਜਾਬ ਦੀ ਸਿਆਸਤ ਗਰਮ ਹੈ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵੀ ਪੂਰਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਸੇ ਮਸਲੇ ਤੇ ਰੋਸ ਮੁਜ਼ਾਹਰਾ ਕੀਤਾ, ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਅਕਾਲੀ ਦਲ ਦੇ ਲੀਡਰਾਂ ਦੇ ਨਾਲ ਰਾਜ ਭਵਨ ਪਹੁੰਚੇ ਤੇ ਉਹਨਾਂ ਨੇ ਬੀਐਸਐਫ ਦੀਆਂ ਸ਼ਕਤੀਆਂ ਵਧਾਉਣ ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਸਾਰੇ ਲੀਡਰ ਰਾਜ ਭਵਨ ਦੇ ਬਾਹਰ ਧਰਨੇ ਤੇ ਬਹਿ ਗਏ ਤਾਂ ਚੰਡੀਗੜ੍ਹ ਪੁਲਿਸ ਨੇ ਬਾਦਲ ਸਮੇਤ ਸਾਰੇ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ। ਇਸ ਦੀ ਨੀਂਹ ਫੈਡਰਲ ਸਟਰਕਚਰ ਦੀ ਉਹਨੂੰ ਵੱਡਾ ਝਟਕਾ ਦਿੱਤਾ ਤੇ ਉਹਨੂੰ ਕਮਜ਼ੋਰ ਕੀਤਾ ਹੈ। ਲਾਅ ਐਂਡ ਆਰਡਰ ਸੂਬੇ ਦਾ ਸਬਜੈਕਟ ਹੈ ਕਿ ਇਹਦੇ ਨਾਲ ਸੁਰੱਖਿਆ ਵਧੂਗੀ। ਮੈਂ ਪੁੱਛਣਾ ਚਾਹਣਾ ਕਿ ਪੰਜਾਬ ਪੁਲਿਸ ਤੇ ਤੁਹਾਨੂੰ ਭਰੋਸਾ ਨਹੀਂ ਹੈ? ਆ ਜਿਹੜੀ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਕੀਤੀ ਪੰਜਾਬ ਪੁਲਿਸ ਨੇ ਕੀਤੀ, ਜੋ ਲੜਾਈ ਪੰਜਾਬ ਪੁਲਿਸ ਨੇ ਲੜੀ ਤੇ ਅੱਜ ਆਪਾਂ ਸ਼ਾਂਤੀ ਨਾਲ ਬੈਠੇ ਹਾਂ, ਪੰਜਾਬ ਪੁਲਿਸ ਦੀ ਮਿਹਨਤ ਸੀ। ਪਰ ਇਹਦਾ ਮਤਲਬ ਨਹੀਂ ਕਿ ਤੁਸੀਂ ਹੁਣ ਸੈਂਟਰ ਨੂੰ ਅਧਿਕਾਰ ਦੇ ਦਿਓ। ਪੰਜਾਬ ਦੇ ਵਿੱਚ ਜਿੱਥੇ ਇਸ ਮਸਲੇ ਨੂੰ ਲੈ ਕੇ ਸਿਆਸਤ ਹੈ ਜਿਹੜੀ ਉਹ ਕਾਫੀ ਭਖ ਗਈ ਹੈ, ਉੱਥੇ ਕੇਂਦਰ ਦੀ ਆਲੋਚਨਾ ਤ੍ਰਿਣਮੂਲ ਕਾਂਗਰਸ ਨੇ ਵੀ ਕੀਤੀ ਹੈ। ਕਿਹਾ ਕਿ ਇਹ ਸੂਬੇ ਦੇ ਅਧਿਕਾਰਾਂ ਤੇ ਛਾਪਾ ਅਤੇ ਦੇਸ਼ ਦੇ ਸੰਘੀ ਢਾਂਚੇ ਤੇ ਹਮਲਾ ਹੈ। ਕੇਂਦਰ ਸਰਕਾਰ ਨੇ ਬੀਐਸਐਫ ਐਕਟ ਦੇ ਵਿੱਚ ਸੋਧ ਕਰਕੇ ਇਸ ਨੂੰ ਪੰਜਾਬ, ਪੱਛਮੀ ਬੰਗਾਲ ਤੇ ਅਸਾਮ ਦੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਮੌਜੂਦਾ 15 ਕਿਲੋਮੀਟਰ ਦੀ ਥਾਂ 50 ਕਿਲੋਮੀਟਰ ਦੇ ਵਿਸ਼ਾਲ ਖੇਤਰ ਵਿੱਚ ਤਲਾਸ਼ੀ ਲੈਣ, ਜ਼ਬਤ ਕਰਨ ਤੇ ਗ੍ਰਿਫਤਾਰ ਕਰਨ ਦੀ ਸ਼ਕਤੀ ਦਿੱਤੀ ਹੈ। ਤ੍ਰਿਣਮੂਲ ਕਾਂਗਰਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਸੂਬਿਆਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਇਹ ਫੈਸਲਾ ਲਿਆ ਤੇ ਪਾਰਟੀ ਇਸ ਦਾ ਪੂਰਾ ਵਿਰੋਧ ਕਰਦੀ ਹੈ। ਬੀਜੇਪੀ ਦੀ ਗੱਲ ਕਰ ਲਈਏ ਤਾਂ ਬੀਜੇਪੀ ਪੰਜਾਬ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਡਰੋਨ 50 ਕਿਲੋਮੀਟਰ ਤੱਕ ਮਾਰ ਕਰ ਸਕਦਾ ਹੈ, ਇਸ ਲਈ ਬੀਐਸਐਫ ਦਾ ਦਾਇਰਾ ਜਿਹੜਾ ਉਹ ਵਧਾਇਆ ਗਿਆ ਤੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਡਰੋਨਾਂ ਦੇ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਬਹੁਤ ਵੱਧ ਗਈ ਹੈ। ਇਸੇ ਕਰਕੇ ਮੋਦੀ ਸਰਕਾਰ ਨੇ ਪੰਜਾਬ ਦੇ ਹੱਕ ਦੇ ਲਈ ਇਹ ਫੈਸਲਾ ਲਿਆ ਹੈ, ਪੰਜਾਬ ਦੇ ਭਲੇ ਦੇ ਲਈ ਇਹ ਫੈਸਲਾ ਜਿਹੜਾ ਲਿਆ ਹੈ। ਕਹਿੰਦੇ ਜਿਹੜੇ ਸਿਆਸੀ ਲੀਡਰ ਨੇ ਬਿਨਾਂ ਮਤਲਬ ਇਸ ਮੁੱਦੇ ਤੇ ਸਿਆਸਤ ਕਰ ਰਹੇ ਨੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਮੇਤ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਵੋਟਾਂ 27 ਮਾਰਚ ਨੂੰ ਪੈਣਗੀਆਂ, ਗੋਆ ਦੇ ਵਿੱਚ 15 ਮਾਰਚ, ਮਣੀਪੁਰ ਦੇ ਵਿੱਚ 19 ਮਾਰਚ, ਜਦਕਿ ਉੱਤਰਾਖੰਡ ਦੇ ਵਿੱਚ 23 ਮਾਰਚ ਨੂੰ ਵੋਟਾਂ ਪੈਣਗੀਆਂ। ਉੱਤਰ ਪ੍ਰਦੇਸ਼ ਦੀਆਂ ਚੋਣਾਂ ਥੋੜੀਆਂ ਲੇਟ ਹੋਣਗੀਆਂ, 14 ਮਈ ਨੂੰ ਇੱਥੇ ਵੋਟਾਂ ਪਾਈਆਂ ਜਾਣਗੀਆਂ। ਚੋਣ ਕਮਿਸ਼ਨ ਨੇ ਆਪਣੇ ਫੈਸਲੇ ਦੀ ਜਾਣਕਾਰੀ 5 ਸੂਬਿਆਂ ਦੇ ਮੁੱਖ ਚੋਣ ਅਫਸਰਾਂ ਨੂੰ ਦੇ ਦਿੱਤੀ ਹੈ। ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਵੀ ਲਿਖਤੀ ਜਾਣਕਾਰੀ ਭੇਜ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਵਿਧਾਨ ਸਭਾ ਦੇ 117 ਹਲਕੇ ਨੇ ਤੇ ਇੱਥੇ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਮੁਹਿੰਮ ਪਹਿਲਾਂ ਹੀ ਵਿੱਢ ਦਿੱਤੀ ਹੋਈ ਹੈ, ਚਾਹੇ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ ਤੇ ਚਾਹੇ ਕਾਂਗਰਸ। ਹਾਲਾਂਕਿ ਕਾਂਗਰਸ ਹੈ ਜਿਹੜੀ ਅੰਦਰੂਨੀ ਕਲੇਸ਼ ਚੋਂ ਹਾਲੇ ਵੀ ਨਿਕਲ ਨਹੀਂ ਪਾ ਰਹੀ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਇੱਕ ਹੋਰ ਜਿਹੜਾ ਫੈਸਲਾ ਲਿਆ ਹੈ, ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਤੇ ਵੀ 31 ਦਸੰਬਰ ਤੱਕ ਰੋਕ ਲਾ ਦਿੱਤੀ। ਇਹਨਾਂ ਹੁਕਮਾਂ ਦੇ ਵਿੱਚ ਕਮਿਸ਼ਨ ਨੇ ਕਿਹਾ ਸੀ ਕਿ ਅਜਿਹੇ ਅਫਸਰ ਜਿਹੜੇ 3 ਸਾਲ ਇੱਕੋ ਕੁਰਸੀ ਤੇ ਬੈਠੇ ਨੇ ਉਹਨਾਂ ਨੂੰ ਬਦਲ ਦਿੱਤਾ ਜਾਵੇ। ਗੋਆ, ਮਣੀਪੁਰ, ਪੰਜਾਬ ਅਤੇ ਉੱਤਰਾਖੰਡ ਦੇ ਲਈ 3 ਸਾਲਾਂ ਦੀ ਤਰੀਕ 31 ਮਾਰਚ ਅਤੇ ਯੂਪੀ ਦੇ ਲਈ 31 ਮਈ ਹੈ ਜਿਹੜੀ ਉਹ ਰੱਖੀ ਗਈ ਹੈ। ਲਖੀਮਪੁਰ ਖੀਰੀ ਕਤਲकांड ਦੀ ਗੱਲ ਕਰ ਲਈਏ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਨਾ ਤਾਂ ਹਲੇ ਤੱਕ ਕਦੀਓਂ ਲਾਇਆ ਗਿਆ ਹੈ ਤੇ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰ ਪੁਲਿਸ ਦੀ ਜਿਹੜੀ ਵਿਸ਼ੇਸ਼ ਜਾਂਚ ਟੀਮ ਇਸ ਮਸਲੇ ਦੀ ਇਸ ਕਾਂਡ ਦੀ ਜਾਂਚ ਕਰ ਰਹੀ ਹੈ, ਉਹ ਸਾਰੇ ਮੁਲਜ਼ਮਾਂ ਨੂੰ ਲੈ ਕੇ ਮੌਕੇ ਤੇ ਪਹੁੰਚੀ ਅਤੇ ਘਟਨਾ ਨੂੰ ਮੁੜ ਤੋਂ ਦੁਹਰਾਇਆ ਗਿਆ। ਮੁੜ ਜਿਹੜਾ ਉੱਥੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ। ਆਸ਼ੀਸ਼ ਮਿਸ਼ਰਾ ਜਿਹੜਾ ਕਿ ਮੁੱਖ ਮੁਲਜ਼ਮ ਹੈ, ਮੰਤਰੀ ਦਾ ਪੁੱਤਰ ਹੈ, ਉਸ ਦਾ ਦੋਸਤ ਅੰਕਿਤ ਅਤੇ ਇਹਨਾਂ ਦੋਵਾਂ ਦੇ ਸਮੇਤ 4 ਮੁਲਜ਼ਮਾਂ ਨੂੰ ਮੌਕੇ ਤੇ ਪੁਲਿਸ ਲੈ ਕੇ ਪਹੁੰਚੀ। ਸਾਰੀ ਘਟਨਾ ਨੂੰ ਮੁੜ ਦੁਹਰਾਇਆ ਗਿਆ। ਮੁਲਜ਼ਮਾਂ ਦੇ ਵਿੱਚ ਗਨਮੈਨ ਲਤੀਫ ਤੇ ਡਰਾਈਵਰ ਸ਼ੇਖਰ ਭਾਰਤੀ ਵੀ ਸ਼ਾਮਿਲ ਸਨ। ਮੁਲਜ਼ਮਾਂ ਤੋਂ ਮੌਕੇ ਤੇ ਉਹਨਾਂ ਦੀ ਮੌਜੂਦਗੀ ਦੇ ਬਾਰੇ ਸਾਰੇ ਸਵਾਲ ਪੁੱਛੇ ਗਏ। ਫੋਰੈਂਸਿਕ ਸਾਇੰਸ ਲੈਬੋਰੇਟਰੀ ਤੇ ਲਖਨਊ ਦੀ ਟੀਮ ਜਿਹੜੀ ਇਸ ਮੌਕੇ ਮੌਜੂਦ ਸੀ। ਪੁਲਿਸ ਨੇ ਕਿਸਾਨਾਂ ਨੂੰ ਕੁਚਲਣ ਦੇ ਲਈ ਉਹਨਾਂ ਦੀ ਥਾਂ ਤੇ ਪੁਤਲੇ ਵਰਤੇ।
ਕਿਸਾਨਾਂ ਦੀ ਥਾਂ ਤੇ ਪੁਤਲੇ ਵਰਤੇ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਪੁਲਿਸ ਨੇ ਆਸ਼ੀਸ਼ ਮਿਸ਼ਰਾ ਉਸਦੇ ਦੋਸਤ ਤੋਂ ਜਿਹੜੇ ਨੇ ਤਿੱਖੇ ਸਵਾਲ ਪੁੱਛੇ ਨੇ, ਪਰ ਹੋਰ ਬਹੁਤੀ ਜਾਣਕਾਰੀ ਹੈ ਜਿਹੜੀ ਨਹੀਂ ਮਿਲ ਸਕੀ ਕਿ ਉਹਨਾਂ ਨੇ ਸਵਾਲਾਂ ਦੇ ਉੱਤਰ ਜਿਹੜੇ ਉਹ ਕੀ ਦਿੱਤੇ ਨੇ। ਹਾਲਾਂਕਿ ਇਹਦੇ ਵਿੱਚ ਸੱਚਾਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਇਹ ਘਟਨਾ ਵਾਪਰੀ ਸੀ 3 ਅਕਤੂਬਰ ਨੂੰ, ਦਿਨ ਐਤਵਾਰ ਨੂੰ, ਉਸ ਤੋਂ ਕਈ ਦਿਨ ਬਾਅਦ ਤੱਕ ਪੁਲਿਸ ਨਾ ਤਾਂ ਉੱਥੇ ਪਹੁੰਚੀ ਸੀ ਤੇ ਨਾ ਹੀ ਫੋਰੈਂਸਿਕ ਟੀਮਾਂ ਪਹੁੰਚੀਆਂ ਸੀ, ਨਾ ਹੀ ਉਸ ਇਲਾਕੇ ਨੂੰ ਜਿਹੜਾ ਹੈਗਾ ਸੀਲ ਕੀਤਾ ਗਿਆ ਸੀ। ਯਾਨੀ ਕਿ ਪੁਲਿਸ ਨੇ ਪੂਰੀ ਖੁੱਲ੍ਹ ਦਿੱਤੀ ਦੋਸ਼ੀਆਂ ਨੂੰ ਇੱਥੇ ਸਬੂਤ ਮਿਟਾਉਣ ਦੀ, ਪਰ ਫਿਰ ਵੀ ਹਾਲੇ ਵੀ ਬਹੁਤ ਕੁਝ ਉੱਥੇ ਮੌਜੂਦ ਹੈ, ਸੜੀਆਂ ਹੋਈਆਂ ਗੱਡੀਆਂ ਤੇ ਹੋਰ ਕਾਫੀ ਕੁਝ। ਤੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਇਸ ਗੱਲ ਦੀ ਸਖਤ ਨਿਖੇਧੀ ਕੀਤੀ ਹੈ ਕਿ ਪੁਲਿਸ ਹਾਲੇ ਵੀ ਕਾਰਵਾਈ ਹੈ ਜਿਹੜੀ ਉਹ ਨਹੀਂ ਕਰ ਰਹੀ। ਜਿਹੜਾ ਮੰਤਰੀ ਹੈ ਅਜੇ ਮਿਸ਼ਰਾ ਟੇਨੀ, ਉਸਨੇ ਧਮਕੀਆਂ ਦਿੱਤੀਆਂ ਸੀ 25 ਸਤੰਬਰ ਨੂੰ। 3 ਹਫ਼ਤੇ ਬੀਤ ਗਏ ਨੇ, ਹਾਲੇ ਤੱਕ ਪੁਲਿਸ ਨੇ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਤੇ ਇਹ ਮੰਤਰੀ ਹੈ ਜਿਹੜਾ ਦੋਸ਼ੀ ਹੈ ਆਜ਼ਾਦ ਘੁੰਮ ਰਿਹਾ ਹੈ ਤੇ ਭਾਰਤ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਕੁਰਸੀ ਲੈ ਕੇ ਬੈਠਾ ਹੋਇਆ। ਮੋਰਚੇ ਨੇ ਇੱਕ ਵਾਰੀ ਫਿਰ ਜ਼ੋਰਦਾਰ ਮੰਗ ਦੁਹਰਾਈ ਹੈ ਕਿ ਉਸ ਨੂੰ ਬਰਖਾਸਤ ਕੀਤਾ ਜਾਵੇ, ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਨਹੀਂ ਤਾਂ ਸਪਸ਼ਟ ਹੈ ਕਿ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੇ ਵਿੱਚ ਨਿਆਂ ਦੇ ਨਾਲ ਜ਼ਰੂਰ ਸਮਝੌਤਾ ਕੀਤਾ ਜਾਵੇਗਾ। ਨਾਲ ਹੀ ਮੋਰਚੇ ਨੇ ਵੀ ਯਾਦ ਕਰਵਾਇਆ ਹੈ ਕਿ ਸਰਕਾਰ ਨੇ ਜਿਹੜਾ ਮੁਆਵਜ਼ੇ ਦਾ ਵਾਅਦਾ ਕੀਤਾ ਸੀ, ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਉਹ ਹਾਲੇ ਤੱਕ ਬਾਕੀ ਹੈ, ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ 16 ਅਕਤੂਬਰ ਨੂੰ ਪੂਰੇ ਦੇਸ਼ ਦੇ ਵਿੱਚ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ। 18 ਅਕਤੂਬਰ ਨੂੰ ਪੂਰੇ ਭਾਰਤ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ, ਇਹ ਵੀ ਕਾਲ ਦਿੱਤੀ ਹੈ। ਤੇ ਇਹ ਜਿਹੜਾ ਰੋਸ ਮੁਜ਼ਾਹਰਾ ਹੈ ਉਹ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਤਾਂ ਹੋ ਹੀ ਰਿਹਾ ਹੈ, ਨਾਲ ਹੁਣ ਲਖੀਮਪੁਰ ਖੀਰੀ ਕਤਲकांड ਦੇ ਲਈ ਵੱਖਰੇ ਤੌਰ ਤੇ ਜਿਹੜੇ ਪ੍ਰੋਗਰਾਮ ਐਲਾਨੇ ਗਏ ਨੇ, ਪ੍ਰੋਗਰਾਮ ਦਿੱਤੇ ਗਏ ਨੇ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਬੀਜੇਪੀ ਦੇ ਲੀਡਰਾਂ ਦਾ, ਮੰਤਰੀਆਂ ਦਾ ਲਗਾਤਾਰ ਅਸੀਂ ਵਿਰੋਧ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਜਦੋਂ ਤੱਕ ਕਾਨੂੰਨ ਰੱਦ ਨਹੀਂ ਕਰ ਦਿੰਦੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਥਾਨਕ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਟੋਹਾਣਾ ਦਾ ਦੌਰਾ ਰੱਦ ਕਰ ਦਿੱਤਾ। ਉੱਤਰਾ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਕਿਸਾਨਾਂ ਦੇ ਕਾਲੇ ਝੰਡਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਬੀਜੇਪੀ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਹਿਸਾਰ ਦੇ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕੀਤਾ। ਸੋ ਜਿਹੜਾ ਪੁਤਲੇ ਫੂਕਣ ਦਾ ਪ੍ਰੋਗਰਾਮ ਸੀ ਪਹਿਲਾਂ ਦੁਸ਼ਹਿਰੇ ਵਾਲੇ ਦਿਨ ਰੱਖਿਆ ਗਿਆ ਸੀ। 15 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਹੈ ਜਿਹੜਾ ਉਹ ਮਨਾਇਆ ਜਾਂਦਾ ਹੈ। ਇਸ ਮੌਕੇ ਰਾਵਣ ਦੇ ਜਿਹੜੇ ਪੁਤਲੇ ਫੂਕੇ ਜਾਂਦੇ ਨੇ, ਪਰ ਕਿਸਾਨਾਂ ਨੇ ਸੱਦਾ ਦਿੱਤਾ ਸੀ ਕਿ ਬਦੀ ਮੰਨਦੇ ਹੋਏ ਇਸ ਸਰਕਾਰ ਦੇ ਪੁਤਲੇ ਫੂਕੇ ਜਾਣ। ਚਾਹੇ ਤੁਸੀਂ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕੋ, ਚਾਹੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ, ਅੰਬਾਨੀ ਅਡਾਨੀ ਦਾ, ਜਾਂ ਫਿਰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ, ਉਹ ਚੋਣ ਤੁਸੀਂ ਖੁਦ ਕਰਨੀ ਹੈ। ਪਰ ਕਿਸਾਨਾਂ ਤੇ ਅਜਿਹੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਗਏ ਬੀਜੇਪੀ ਦੇ ਵੱਲੋਂ ਕਿ ਇਹ ਹਿੰਦੂ ਧਰਮ ਦੇ ਰੀਤੀ ਰਿਵਾਜਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਬਲਵੀਰ ਸਿੰਘ ਰਾਜੇਵਾਲ ਨੇ ਹੁਣ ਪ੍ਰੋਗਰਾਮ ਬਦਲ ਦਿੱਤਾ ਹੈ ਕਿ ਸਾਡੇ ਤੇ ਹਿੰਦੂ ਸਿੱਖ ਮਸਲਾ ਬਣਾਉਣ ਦੇ ਇਲਜ਼ਾਮ ਲਾਏ ਜਾ ਰਹੇ ਸੀ, ਇਸ ਕਰਕੇ ਅਸੀਂ ਇਸ ਪ੍ਰੋਗਰਾਮ ਨੂੰ ਬਦਲਦੇ ਹਾਂ। ਪਰ ਜਾਣਬੁੱਝ ਕੇ ਸਾਡੇ ਤੇ ਇਲਜ਼ਾਮ ਨੇ ਜਿਹੜੇ ਉਹ ਲਾਏ ਜਾ ਰਹੇ ਸੀ ਸਾਨੂੰ ਬਦਨਾਮ ਕਰਨ ਦੇ ਲਈ। ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਦੁਸ਼ਹਿਰੇ ਤੋਂ ਅਗਲੇ ਦਿਨ ਪੁਤਲੇ ਫੂਕ ਦੇਵਾਂਗੇ। ਉੱਤਮ ਹਿੰਦੂ ਨੇ ਇੱਕ ਐਡੀਟੋਰੀਅਲ ਲਿਖ ਕੇ ਇਹਨੂੰ ਹਿੰਦੂ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਇਹਨੂੰ ਕੱਲ ਅਸੀਂ ਵਿਚਾਰਿਆ ਸੀ, ਲਖੀਮਪੁਰ ਜਦੋਂ ਭੋਗ ਤੇ ਆਏ ਸੀ ਉੱਥੇ ਕੁਝ ਜਥੇਬੰਦੀਆਂ ਨੇ ਵਿਚਾਰਿਆ ਸੀ। ਉਸ ਤੋਂ ਬਾਅਦ ਫੈਸਲਾ ਕੀਤਾ ਸੀ ਕਿ ਤਰਾਈ ਰੀਜਨ ਵਿੱਚ ਜਿੱਥੇ ਜ਼ਿਆਦਾ ਸੈਂਸਿਟਿਵ ਏਰੀਆ ਨੇ ਉੱਥੇ ਅਸੀਂ ਇਹ ਬਿਲਕੁਲ ਨਹੀਂ ਫੂਕਾਂਗੇ ਤਾਂ ਕਿ ਸਰਕਾਰ ਨੂੰ ਮੌਕਾ ਨਹੀਂ ਦੇਵਾਂਗੇ। ਔਰ ਬਾਕੀ ਸਾਰੇ ਦੇਸ਼ ਵਿੱਚ ਜਿਹੜੇ ਪੁਤਲੇ ਫੂਕਣ ਦਾ ਕੰਮ ਹੈ ਉਹ 16 ਤਾਰੀਖ ਨੂੰ ਕੀਤਾ ਜਾਏ। ਮੇਰੀ ਬੇਨਤੀ ਹੈ ਦੁਬਾਰਾ ਸੁਣੋ, 16 ਤਾਰੀਖ ਨੂੰ ਜਿਹੜੇ ਪੁਤਲੇ ਫੂਕਣੇ ਨੇ 15 ਦੀ ਬਜਾਏ ਉਹਦੀ 16 ਤਾਰੀਖ ਨੂੰ ਹੀ ਫੂਕੇ ਜਾਣ। ਅਸੀਂ ਕਿਸੇ ਖਾਸ ਤਬਕੇ ਦੀਆਂ ਭਾਵਨਾਵਾਂ ਭੜਕਾਉਣਾ ਬਿਲਕੁਲ ਨਹੀਂ ਚਾਹੁੰਦੇ, ਇਸ ਕਰਕੇ ਅਸੀਂ ਪ੍ਰੋਟੈਸਟ ਕਰਨਾ। 16 ਅਕਤੂਬਰ ਨੂੰ ਹੀ ਪੁਤਲੇ ਫੂਕੇ ਜਾਣ। ਤੇ ਕਿਸਾਨਾਂ ਦੇ ਇਸ ਫੈਸਲੇ ਦਾ ਬੀਜੇਪੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਸਵਾਗਤ ਕੀਤਾ, ਕਿਹਾ ਕਿ ਕਿਸਾਨਾਂ ਨੇ ਠੀਕ ਫੈਸਲਾ ਲਿਆ, ਮੈਂ ਹੀ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਸੀ। ਪੰਜਾਬ ਸਰਕਾਰ ਨੇ 13 ਅਕਤੂਬਰ ਦੇਰ ਰਾਤ ਨੂੰ 13 ਐਸਐਸਪੀ ਸਮੇਤ 50 ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ। ਕਹਿ ਸਕਦੇ ਹਾਂ ਕਿ ਰਾਤੋਂ ਰਾਤ ਵੱਡੀ ਪੱਧਰ ਤੇ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ। ਪੁਲਿਸ ਅਫਸਰ ਹਰਮਨਵੀਰ ਸਿੰਘ ਗਿੱਲ ਨੂੰ ਅੱਧੀ ਰਾਤੀ ਫਾਜ਼ਿਲਕਾ ਦਾ ਐਸਐਸਪੀ ਲਾ ਦਿੱਤਾ ਗਿਆ। ਫਾਜ਼ਿਲਕਾ ਦੇ ਪਹਿਲੇ ਐਸਐਸਪੀ ਦੀਪਕ ਹਲੌਰੀ ਦੀ ਨਵੀਂ ਪੋਸਟਿੰਗ ਹਾਲੇ ਹਵਾ ਦੇ ਵਿੱਚ ਹੀ ਲਟਕ ਗਈ ਹੈ। ਵੱਡੇ ਫੇਰਬਦਲ ਦੇ ਵਿੱਚ 36 ਆਈਪੀਐਸ ਤੇ 14 ਐਸਐਸਪੀ ਬਦਲੇ ਗਏ ਨੇ। ਏਐਸ ਰਾਏ ਨੂੰ ਐਨਆਰਆਈ ਵਿੰਗ ਤੋਂ ਬਦਲ ਕੇ ਏਡੀਜੀਪੀ ਇੰਟੈਲੀਜੈਂਸ ਲਾ ਦਿੱਤਾ ਗਿਆ। ਜਤਿੰਦਰ ਕੁਮਾਰ ਇੰਟੈਲੀਜੈਂਸ ਤੋਂ ਬਦਲ ਕੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਲਾ ਦਿੱਤੇ ਗਏ ਨੇ।
ਜਿਹੜੇ ਹੋਰ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ, ਗਿਣਤੀ ਬਹੁਤ ਵੱਡੀ ਹੈ, ਪਰ ਕੁਝ ਜਿਹੜੇ ਖਾਸ ਨਾਮ ਹੈਗੇ ਨੇ ਸ਼ਸ਼ੀ ਪ੍ਰਭਾ द्विवेदी, ਅਰਪਤ ਸ਼ੁਕਲਾ, ਵੀ ਨੀਜਾ, ਰਾਕੇਸ਼ ਚੰਦਰਾ, ਹਰਚਰਨ ਸਿੰਘ ਭੁੱਲਰ, ਮਨੀਸ਼ ਚਾਵਲਾ, ਗੁਰਪ੍ਰੀਤ ਸਿੰਘ ਤੂਰ ਸਮੇਤ ਕੁੱਲ 50 ਜਿਹੜੇ ਪੁਲਿਸ ਅਧਿਕਾਰੀ ਨੇ ਉਹ ਸ਼ਾਮਲ ਨੇ। ਪੰਜਾਬ ਦੇ ਵਿੱਚ ਬਿਜਲੀ ਸੰਕਟ ਹੋਰ ਵੀ ਡੂੰਘਾ ਹੋ ਗਿਆ ਕਿਉਂਕਿ ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦਾ ਇੱਕ ਯੂਨਿਟ ਹੋਰ ਬੰਦ ਹੋ ਗਿਆ ਹੈ ਵੀਰਵਾਰ ਨੂੰ। ਪਹਿਲਾਂ ਹੀ ਇਹਨਾਂ ਦੋਵਾਂ ਪਲਾਂਟਾਂ ਦਾ ਇੱਕ ਯੂਨਿਟ ਬੰਦ ਸੀ ਤੇ ਹੁਣ ਦੋ ਯੂਨਿਟ ਬੰਦ ਹੋ ਗਏ ਨੇ। PSPCL ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਵੇਲੇ ਸਾਡੇ ਕੋਲ ਤਲਵੰਡੀ ਸਾਬੋ ਵਿਖੇ 660 ਮੈਗਾਵਾਟ ਦੇ ਯੂਨਿਟ, ਲਹਿਰਾ ਮੁਹੱਬਤ ਵਿੱਚ 210 ਅਤੇ 250 ਮੈਗਾਵਾਟ ਦੇ ਯੂਨਿਟ ਅਤੇ ਰੋਪੜ ਦੇ ਵਿੱਚ 210 ਮੈਗਾਵਾਟ ਦਾ ਯੂਨਿਟ ਹੈ ਜਿਹੜਾ ਉਹ ਬੰਦ ਹੋ ਚੁੱਕਿਆ ਹੈ। ਲਹਿਰਾ ਮੁਹੱਬਤ ਦੇ ਜਿਹੜੇ 2 ਯੂਨਿਟ ਚਾਲੂ ਨੇ ਉਹਨਾਂ ਦੇ ਵਿੱਚ ਵੀ ਕੋਲਾ ਜਲਦੀ ਮੁੱਕ ਜਾਵੇਗਾ। ਜੇਕਰ ਇਸ ਹਫ਼ਤੇ ਦੇ ਅੰਤ ਤੱਕ ਕਹਿੰਦੇ ਕੋਲਾ ਨਾ ਪਹੁੰਚਿਆ ਤਾਂ ਉਹਨਾਂ ਨੂੰ ਯੂਨਿਟ ਬੰਦ ਕਰਨੇ ਪੈਣਗੇ। ਸੋ ਬਿਜਲੀ ਦੇ ਇਸ ਸੰਕਟ ਦੇ ਦਰਮਿਆਨ ਸਭ ਤੋਂ ਵੱਡੀ ਪਰੇਸ਼ਾਨੀ ਲੋਕਾਂ ਨੂੰ ਝੱਲਣੀ ਪੈਂਦੀ ਹੈ। ਹਾਲਾਂਕਿ ਹਾਲੇ PSPCL ਦੇ ਵੱਲੋਂ ਜਾਂ ਕਹਿ ਦਈਏ ਕਿ ਪਾਵਰਕਾਮ ਦੇ ਵੱਲੋਂ ਫੈਕਟਰੀਆਂ ਨੂੰ ਕੋਈ ਅਪੀਲ ਇਹੋ ਜਿਹੀ ਨਹੀਂ ਕੀਤੀ ਗਈ, ਉਦਯੋਗਾਂ ਨੂੰ ਕੋਈ ਅਪੀਲ ਨਹੀਂ ਕੀਤੀ ਗਈ ਜਿਵੇਂ ਪਹਿਲਾਂ ਕੀਤੀ ਗਈ ਸੀ ਕਿ ਤੁਸੀਂ ਆਪਣਾ ਕੰਮ ਹੀ ਬੰਦ ਕਰ ਦਿਓ। ਹਾਲੇ ਸਿਰਫ ਆਮ ਲੋਕਾਂ ਨੂੰ ਹੀ ਇਸ ਦੀ ਤਕਲੀਫ ਹੋ ਰਹੀ ਹੈ ਕਿਉਂਕਿ ਬਿਜਲੀ ਦੇ ਲੰਬੇ ਕੱਟ ਨੇ ਜਿਹੜੇ ਉਹ ਲੋਕਾਂ ਨੂੰ ਸਹਿਣੇ ਪੈ ਰਹੇ ਨੇ। ਪਰ ਰਾਹਤ ਦੀ ਗੱਲ ਇਹ ਹੈ ਕਿ ਮੌਸਮ ਥੋੜਾ ਬਦਲ ਰਿਹਾ ਹੈ ਤੇ ਹੁਣ ਉਨੀ ਗਰਮੀ ਹੈ ਜਿਹੜੀ ਉਹ ਨਹੀਂ ਰਹੀ ਕਿ ਗਰਮੀ ਦੇ ਵਿੱਚ ਤੁਸੀਂ ਭੱਠੇ ਵਾਂਗ ਤਪਦੇ ਹੋਵੋ, ਤੁਹਾਡੇ ਕਮਰੇ ਭੱਠੇ ਵਾਂਗ ਤਪਦੇ ਹੋਣ। ਹੁਣ ਥੋੜੀ ਜਿਹੀ ਰਾਹਤ ਹੈ ਜਿਹੜੀ ਮੌਸਮ ਦੇ ਵਿੱਚ ਜ਼ਰੂਰ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀਰਵਾਰ ਨੂੰ ਵੀ ਨਸ਼ਾ ਤਸਕਰੀ ਨਾਲ ਸੰਬੰਧਿਤ ਬੰਦ ਲਿਫਾਫਾ ਮੁੜ ਖੋਲਣ ਤੋਂ ਰਹਿ ਗਿਆ। ਨਵਜੋਤ ਸਿੰਘ ਸਿੱਧੂ ਸਮੇਤ ਕਈ ਲੋਕਾਂ ਦੀਆਂ ਆਸਾਂ ਟੁੱਟ ਗਈਆਂ। ਅਦਾਲਤ ਨੇ ਦੂਜੇ ਦਿਨ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਪੰਜਾਬ ਦੇ ਸਾਬਕਾ DGP ਸ਼ਸ਼ੀ ਕਾਂਤ ਨੇ ਅਦਾਲਤ ਤੇ ਜ਼ੋਰ ਪਾਇਆ ਕਿ ਲੋਕ ਹਿੱਤ ਮਾਮਲੇ ਪਹਿਲ ਦੇ ਆਧਾਰ ਤੇ ਸੁਣੇ ਜਾਣ। ਨਸ਼ਿਆਂ ਨਾਲ ਸੰਬੰਧਿਤ ਰਿਪੋਰਟ ਹਲੇ ਖੋਲਣੀ ਜ਼ਰੂਰੀ ਨਹੀਂ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਬਕਾ DGP ਸ਼ਸ਼ੀ ਕਾਂਤ ਨੇ ਇਸ ਦਾ ਵਿਰੋਧ ਕੀਤਾ। ਅਦਾਲਤ ਨੇ ਹੁਣ ਸੁਣਵਾਈ 26 ਅਕਤੂਬਰ ਤੱਕ ਅੱਗੇ ਪਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਅਦਾਲਤ ਨੇ ਸੁਣਵਾਈ ਲਈ ਬਾਅਦ ਦੁਪਹਿਰ 3 ਵਜੇ ਦਾ ਸਮਾਂ ਵੀ ਮੁਕਰਰ ਕਰ ਦਿੱਤਾ ਹੈ। ਇੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਨਸ਼ਾ ਤਸਕਰੀ ਨਾਲ ਸੰਬੰਧਿਤ ਜਿਹੜੀ ਰਿਪੋਰਟ ਹੈ ਇਹ ਉਹ ਅਦਾਲਤ ਦੇ ਵਿੱਚ ਬੰਦ ਲਿਫਾਫਾ ਪਈ ਹੈ ਪਿਛਲੇ 3 ਸਾਲਾਂ ਤੋਂ ਵੀ ਵੱਧ ਸਮੇਂ ਤੋਂ। ਸਮਝਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਵਿੱਚ ਨਸ਼ੇ ਦੇ ਧੰਦੇ ਵਿੱਚ ਲੱਗੇ ਵੱਡੇ ਸਿਆਸਤਦਾਨਾਂ ਦੀ ਸ਼ਮੂਲੀਅਤ ਤੋਂ ਪਰਦਾ ਚੁੱਕਿਆ ਗਿਆ ਹੈ ਤੇ STF ਦੀ ਇਹ ਰਿਪੋਰਟ ਹੈਗੀ ਹੈ। ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਜਾਂਚ ਹੋਈ ਸੀ। ਪੰਜਾਬ ਦੇ ਵਿੱਚ ਨਸ਼ਿਆਂ ਨੂੰ ਮੈਂ 4 ਹਫ਼ਤਿਆਂ ਦੇ ਵਿੱਚ ਜੜੋਂ ਮਿਟਾ ਦੂੰਗਾ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ। ਉਸ ਤੋਂ ਬਾਅਦ STF ਜਿਹੜੀ ਹੈ ਉਸ ਦਾ ਗਠਨ ਕੀਤਾ ਗਿਆ ਤੇ ਨਸ਼ਿਆਂ ਦੀ ਰਿਪੋਰਟ ਹਾਲੇ ਤੱਕ ਨਹੀਂ ਖੁੱਲ ਪਾਈ। ਹੁਣ ਦੇਖਣਾ ਹੋਊਗਾ ਕਿ ਖੁੱਲੂਗੀ ਇਸ ਸਰਕਾਰ ਦੇ ਰਹਿੰਦੇ ਹੋਏ ਜਾਂ ਫਿਰ ਇਸੇ ਤਰ੍ਹਾਂ ਬੰਦ ਪਈ ਰਹੂਗੀ ਤੇ ਵੱਡੇ ਲੀਡਰਾਂ ਦੇ ਜਿਨ੍ਹਾਂ ਦੇ ਨਾਮ ਆਏ ਨੇ ਨਸ਼ਾ ਤਸਕਰੀ ਦੇ ਵਿੱਚ ਉਹ ਇਸੇ ਤਰ੍ਹਾਂ ਕਾਗਜ਼ਾਂ ਦੇ ਵਿੱਚ ਹੀ ਬਚੇ ਪਏ ਰਹਿਣਗੇ। ਮੇਘਾਲਿਆ ਦੇ ਸ਼ਿਲੌਂਗ ਦੇ ਵਿੱਚ ਸਿੱਖਾਂ ਦੇ ਉਜਾੜੇ ਨੂੰ ਲੈ ਕੇ DSGMC ਦੇ ਵਫਦ ਨੇ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਦੇ ਨਾਲ ਮੁਲਾਕਾਤ ਕੀਤੀ। ਸਿਰਸਾ ਨੇ ਕਿਹਾ ਕਿ ਰਾਜਪਾਲ ਨੇ ਸਾਨੂੰ ਭਰੋਸਾ ਦਿੱਤਾ ਕਿ ਸ਼ਿਲੌਂਗ ਦੇ ਸਿੱਖਾਂ ਨੂੰ ਉਜਾੜਿਆ ਨਹੀਂ ਜਾਵੇਗਾ। ਦਰਅਸਲ ਸ਼ਿਲੌਂਗ ਦੇ ਵਿੱਚ ਵਸਦਾ ਜਿਹੜਾ ਸਿੱਖ ਭਾਈਚਾਰਾ ਹੈ ਉਹ ਪੰਜਾਬੀ ਲੇਨ ਦੇ ਵਿੱਚ ਪਿਛਲੇ ਦਹਾਕਿਆਂ ਤੋਂ ਰਹਿੰਦਾ ਹੈ। ਲੀਜ਼ ਦੀ ਜ਼ਮੀਨ ਤੇ ਇਹ ਵਸੇ ਹੋਏ ਨੇ ਤੇ ਉਹਨਾਂ ਦੇ ਉਜਾੜੇ ਦੀ ਗੱਲ ਕਈ ਸਾਲ ਪਹਿਲਾਂ ਵੀ ਚੱਲੀ ਸੀ ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਵਿੱਚ ਰੋਸ ਪਾਇਆ ਗਿਆ ਸੀ। ਉਦੋਂ ਪੰਜਾਬ ਤੋਂ ਵਫਦ ਵੀ ਗਿਆ ਸੀ। ਉਦੋਂ ਇਹ ਮਸਲਾ ਜਿਹੜਾ ਠੰਡਾ ਪੈ ਗਿਆ ਸੀ ਤੇ ਹੁਣ ਫਿਰ ਜਿਹੜਾ ਹੈਗਾ ਉੱਥੋਂ ਦੀ ਸਰਕਾਰ ਨੇ ਹੁਕਮ ਸੁਣਾ ਦਿੱਤਾ ਹੈ ਕਿ ਇੱਥੋਂ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਉਠਾਇਆ ਜਾਵੇਗਾ ਪੰਜਾਬੀ ਲੇਨ ਤੋਂ ਤੇ ਇਹਨਾਂ ਨੂੰ ਹੋਰ ਕਿਤੇ ਵਸਾਇਆ ਜਾਵੇਗਾ। ਸਿਰਸਾ ਨੇ ਇਹ ਵੀ ਦਾਅਵਾ ਕੀਤਾ ਕਿ DSGMC ਇਹਨਾਂ ਸਿੱਖ ਪਰਿਵਾਰਾਂ ਦੇ ਅਧਿਕਾਰਾਂ ਦੇ ਲਈ ਕਾਨੂੰਨੀ ਲੜਾਈ ਲੜ ਰਹੀ ਹੈ ਤੇ ਲੜਦੀ ਰਹੇਗੀ। 2 ਦਿਨ ਦੇ ਵਕਫੇ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ ਫਿਰ ਵਾਧਾ ਕੀਤਾ ਗਿਆ ਹੈ। 35 ਪੈਸੇ ਪ੍ਰਤੀ ਲੀਟਰ ਦੋਵਾਂ ਤੇਲਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਦਿੱਲੀ ਦੇ ਵਿੱਚ ਹੁਣ ਪੈਟਰੋਲ 104 ਰੁਪਏ 79 ਪੈਸੇ ਪ੍ਰਤੀ ਲੀਟਰ ਹੋ ਗਿਆ ਅਤੇ ਮੁੰਬਈ ਦੇ ਵਿੱਚ 110 ਪੈਸੇ 110 ਰੁਪਏ 75 ਪੈਸੇ ਪ੍ਰਤੀ ਲੀਟਰ ਹੋ ਗਿਆ। ਚੰਡੀਗੜ੍ਹ ਦੇ ਵਿੱਚ ਵੀ ਸੈਂਕੜਾ ਪਾਰ ਕਰ ਗਿਆ ਹੈ ਤੇ ਪੰਜਾਬ ਦੇ ਵਿੱਚ ਤਾਂ ਕਈ ਥਾਵਾਂ ਤੇ 110 ਰੁਪਏ ਤੋਂ ਵੀ ਉੱਤੇ ਚੱਲ ਰਿਹਾ ਹੈ ਪੈਟਰੋਲ। ਹੋਰ ਇਹ ਕਿੱਥੋਂ ਤੱਕ ਪਹੁੰਚੇਗਾ ਇਸ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ, ਪਰ ਜਿਹੜਾ ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ ਵਾਧਾ ਹੁੰਦਾ ਹੈ ਉਹ ਸਰਕਾਰਾਂ ਦੇ ਸੂਬਾ ਤੇ ਕੇਂਦਰ ਸਰਕਾਰਾਂ ਦੇ ਆਪਣੇ ਟੈਕਸ ਹੁੰਦੇ ਨੇ ਜਿਹੜੇ ਲਗਾਤਾਰ ਵਧਾਏ ਜਾ ਰਹੇ ਨੇ। ਕੱਚਾ ਤੇਲ ਹੈ ਜਿਹੜਾ ਉਹਦੇ ਵਿੱਚ ਇੰਨਾ ਵਾਧਾ ਨਹੀਂ ਹੋ ਰਿਹਾ ਜਿੰਨਾ ਵਧਾ ਕੇ ਸਾਨੂੰ ਤੇਲ ਦਿੱਤਾ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਇਹ ਚਰਚਾ ਵੀ ਚੱਲ ਰਹੀ ਸੀ ਕਿ ਪੈਟਰੋਲ ਤੇ ਡੀਜ਼ਲ ਨੂੰ GST ਦੇ ਦਾਇਰੇ ਵਿੱਚ ਲਿਆਂਦਾ ਜਾਊਗਾ। ਫਿਰ ਸ਼ਾਇਦ ਜਿਹੜਾ ਹੈਗਾ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਸਿਰਫ ਇੱਕ ਟੈਕਸ ਹੈ ਜਿਹੜਾ ਉਹ ਲਾਇਆ ਜਾਏਗਾ, ਪਰ ਉਹ ਟੈਕਸ ਕਿਹੜਾ ਥੋੜਾ ਉਹ ਵੀ 18% ਹੈ।
ਤੇ ਪੈਟਰੋਲ ਡੀਜ਼ਲ ਦੇ ਵਾਧੇ ਭਾਅ ਤੇ ਹੋਰ ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਤੰਜ ਕੱਸਿਆ ਹੈ। ਉਹਨਾਂ ਨੇ ਕਿਹਾ ਕਿ ਪੁਰਾਣੀਆਂ ਲੋਕ ਕਥਾਵਾਂ ਦੇ ਵਿੱਚ ਇੱਕ ਅਜਿਹੇ ਲਾਲਚੀ ਕੁਸ਼ਾਸਨ ਦੀ ਕਹਾਣੀ ਸੀ ਜੋ ਕਿ ਅੰਨ੍ਹੇਵਾਹ ਟੈਕਸ ਵਸੂਲੀ ਕਰਦਾ ਸੀ। ਪਹਿਲਾਂ ਜਨਤਾ ਦੁਖੀ ਹੁੰਦੀ ਸੀ ਪਰ ਅੰਤ ਵਿੱਚ ਜਨਤਾ ਹੀ ਉਸ ਕੁਸ਼ਾਸਨ ਨੂੰ ਖਤਮ ਕਰਦੀ ਸੀ। ਅਸਲ ਦੇ ਵਿੱਚ ਵੀ ਇਹੀ ਹੋਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀਡੀਪੀ ਤੋਂ 23 ਲੱਖ ਕਰੋੜ ਰੁਪਏ ਕਮਾਏ ਨੇ। ਜੀਡੀਪੀ ਦਾ ਮਤਲਬ ਗੈਸ, ਪੈਟਰੋਲ ਤੇ ਡੀਜ਼ਲ ਹੈ। ਮੇਰਾ ਸਵਾਲ ਹੈ ਕਿ ਇਹ 23 ਲੱਖ ਕਰੋੜ ਰੁਪਏ ਕਿੱਥੇ ਗਏ? ਜਨਤਾ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੀ ਜੇਬ ਚੋਂ ਜੋ ਪੈਸਾ ਕੱਢਿਆ ਜਾ ਰਿਹਾ ਹੈ ਇਹ ਜਾ ਕਿੱਥੇ ਰਿਹਾ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਪਹਿਲੀ ਵਾਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦੇ ਲਈ ਪਹੁੰਚੇ। ਜਿਸ ਦਿਨ ਉਹਨਾਂ ਦੀ ਜਿਹੜੀ ਤਾਜਪੋਸ਼ੀ ਹੋਈ ਸੀ ਉਸ ਦਿਨ ਪਹਿਲਾਂ ਉਹਨਾਂ ਨੇ ਮਿਲਣ ਜਾਣਾ ਸੀ, ਜਿਸ ਦਿਨ ਸਹੁੰ ਚੁੱਕੀ ਸੀ, ਪਰ ਮੁਲਾਕਾਤ ਨਹੀਂ ਸੰਭਵ ਹੋ ਪਾਈ। ਤੇ ਹੁਣ ਪੁੱਤਰ ਦੇ ਵਿਆਹ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੂੰ ਲੈ ਕੇ ਪੂਰੇ ਪਰਿਵਾਰ ਸਮੇਤ ਚਰਨਜੀਤ ਸਿੰਘ ਚੰਨੀ ਕੈਪਟਨ ਦੇ ਸਿਸਵਾ ਫਾਰਮ ਹਾਊਸ ਤੇ ਪਹੁੰਚੇ। ਪਰਿਵਾਰਕ ਮਿਲਣੀ ਇਸ ਨੂੰ ਦੱਸਿਆ ਗਿਆ ਕਿ ਇਹ ਕੋਈ ਜਿਹੜੀ ਹੈਗੀ ਸਰਕਾਰੀ ਮਿਲਣੀ ਨਹੀਂ ਸੀ, ਇਹ ਇੱਕ ਰਸਮੀ ਮਿਲਣੀ ਸੀ। ਕੈਪਟਨ ਸਾਹਿਬ ਦੇ ਨਾਲ ਮੁਲਾਕਾਤ ਸੀ ਤੇ ਇੱਥੇ ਇਹ ਵੀ ਬੜਾ ਦਿਲਚਸਪ ਹੈ ਕਿ ਕੈਪਟਨ ਸਾਹਿਬ ਚੰਨੀ ਦੇ ਪੁੱਤਰ ਦੇ ਵਿਆਹ 'ਚ ਨਹੀਂ ਆਏ ਸੀ। ਨਵਜੋਤ ਸਿੰਘ ਸਿੱਧੂ ਵੀ ਨਹੀਂ ਸੀ ਆਏ ਤੇ ਕੈਪਟਨ ਸਾਹਿਬ ਵੀ ਨਹੀਂ ਸੀ ਆਏ ਤੇ ਹੁਣ ਚਰਨਜੀਤ ਸਿੰਘ ਚੰਨੀ ਖੁਦ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ। ਇਸੇ ਦਰਮਿਆਨ ਇੱਕ ਹੋਰ ਤਸਵੀਰ ਹੈ ਜਿਹੜੀ ਨਜ਼ਰ ਆਈ ਜਦੋਂ ਚਰਨਜੀਤ ਸਿੰਘ ਚੰਨੀ ਵਾਪਸ ਆਪਣੇ ਸਰਕਾਰੀ ਰਿਹਾਇਸ਼ ਵੱਲ ਜਾ ਰਹੇ ਸੀ ਪਰਿਵਾਰ ਸਮੇਤ। ਤਾਂ ਰਾਹ ਦੇ ਵਿੱਚ ਕੁਝ ਲੋਕ ਲੰਗਰ ਲਾ ਰਹੇ ਸੀ ਤਾਂ ਲੋਕਾਂ ਦੇ ਕੋਲ ਖੜ ਕੇ ਚੰਨੀ ਨੇ ਲੰਗਰ ਵੀ ਛਕਿਆ, ਉਹਨਾਂ ਤੋਂ ਸਨਮਾਨ ਵੀ ਲਿਆ ਤੇ ਉਹਨਾਂ ਨੂੰ ਸਨਮਾਨ ਵੀ ਦਿੱਤਾ। ਸੋ ਚਰਨਜੀਤ ਸਿੰਘ ਚੰਨੀ ਆਪਣੀ ਵੱਖਰੀ ਜਿਹੜੀ ਛਵੀ ਬਣਾਉਣ ਦੇ ਲਈ, ਆਮ ਆਦਮੀ ਵਾਲੀ ਛਵੀ ਬਣਾਉਣ ਦੇ ਲਈ ਅਜਿਹੀਆਂ ਜਿਹੜੀਆਂ ਗੱਲਾਂ ਨੇ, ਅਜਿਹੀਆਂ ਆਪਾਂ ਕਹਿ ਸਕਦੇ ਐਕਟੀਵਿਟੀਜ਼ ਲਗਾਤਾਰ ਕਰ ਰਹੇ ਨੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਥਾਂ ਵੀ ਬਣਾ ਰਹੇ ਨੇ। ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਪਿਛਲੇ ਮਹੀਨਿਆਂ ਦੇ ਵਿੱਚ ਗੱਠਜੋੜ ਹੋਇਆ, ਪਰ ਹੁਣ ਇੱਕ ਬੜੀ ਹੈਰਾਨੀ ਦੀ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਅਕਾਲੀ ਦਲ ਦੇ ਪੋਸਟਰਾਂ ਦੇ ਵਿੱਚੋਂ ਹਾਥੀ ਦਾ ਚੋਣ ਨਿਸ਼ਾਨ ਗਾਇਬ ਹੋ ਗਿਆ ਹੈ, ਸਿਰਫ ਤਕੜੀ ਦਿਖ ਰਹੀ ਹੈ। ਚੰਡੀਗੜ੍ਹ ਦੇ ਵਿੱਚ ਪਾਰਟੀ ਦਫ਼ਤਰ ਦੇ ਵੱਲੋਂ ਇਕੱਠ ਕੀਤਾ ਗਿਆ। ਇੱਥੇ ਕੁਝ ਜਿਹੜੇ ਲੋਕ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਵੀ ਕੀਤਾ ਗਿਆ ਤੇ ਸਟੇਜ ਤੇ ਜਿਹੜੇ ਪੋਸਟਰ ਲੱਗੇ ਹੋਏ ਸੀ ਉਹਨਾਂ ਤੇ ਸਿਰਫ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੀ ਨਜ਼ਰ ਆਇਆ। ਬਸਪਾ ਦਾ ਜਿਹੜਾ ਹਾਥੀ ਹੈ ਉਹ ਇਹਨਾਂ ਦੇ ਵਿੱਚੋਂ ਗਾਇਬ ਦਿਖਿਆ। ਅਕਾਲੀ ਦਲ ਦੇ ਦਫ਼ਤਰ ਦੇ ਬਾਹਰ ਵੀ ਜਿਹੜੇ ਝੰਡੇ ਲੱਗੇ ਨੇ ਉਹਨਾਂ ਤੇ ਵੀ ਬਸਪਾ ਦਾ ਜਿਹੜਾ ਨਿਸ਼ਾਨ ਹੈ ਉਹ ਗਾਇਬ ਦਿਖ ਰਿਹਾ ਹੈ। 12 ਜੂਨ ਨੂੰ ਦੋਨਾਂ ਪਾਰਟੀਆਂ ਨੇ ਗੱਠਜੋੜ ਕੀਤਾ ਸੀ। ਹੁਣ ਤੱਕ ਲਗਾਤਾਰ ਆਪਣੇ ਗੱਠਜੋੜ ਦੀ ਸਰਕਾਰ ਬਣਾਉਣ ਦੀਆਂ ਗੱਲਾਂ ਕਰਦੇ ਆ ਰਹੇ ਨੇ, ਪਰ ਹੁਣ ਇਹ ਚੋਣ ਨਿਸ਼ਾਨ ਦਾ ਗਾਇਬ ਹੋਣਾ ਕੀ ਸੰਕੇਤ ਦਰਸਾਉਂਦਾ ਹੈ, ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਤਸਵੀਰ ਸਾਫ਼ ਹੋ ਜਾਵੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਪੁਰਾਣੇ ਭੂਮੀ ਕਾਨੂੰਨਾਂ ਦੇ ਵਿੱਚ ਬਦਲਾਅ ਲਿਆਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਹੱਕ ਸੁਰੱਖਿਅਤ ਰੱਖੇ ਜਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਉਪਰਾਲਾ ਜ਼ਮੀਨ ਜਾਇਦਾਦ ਦੀ ਤਕਸੀਮ ਤੋਂ ਇਲਾਵਾ ਗਿਰਦੌਰੀ, ਇੰਤਕਾਲ, ਜਮ੍ਹਾਂਬੰਦੀ ਦੀ ਮੌਜੂਦਾ ਵਿਵਸਥਾ ਨੂੰ ਸੁਖਾਲਾ ਬਣਾਉਣ ਦੇ ਵਿੱਚ ਸਹਾਈ ਹੋਵੇਗਾ। ਇਹਦੇ ਨਾਲ ਲੋਕਾਂ ਦੇ ਜਾਇਦਾਦਾਂ ਦੇ ਅਧਿਕਾਰਾਂ ਤੋਂ ਵਾਂਝੇ ਕਰਨ ਦੇ ਲਈ ਕੀਤੇ ਜਾਂਦੇ ਗੈਰ ਕਾਨੂੰਨੀ ਕੰਮ ਜਾਂ ਫਿਰ ਧੋਖਾਧੜੀਆਂ ਨੇ ਜਿਹੜੀਆਂ ਉਹ ਬੰਦ ਹੋ ਸਕਣਗੀਆਂ, ਲੋਕਾਂ ਦਾ ਸ਼ੋਸ਼ਣ ਹੋਣ ਤੋਂ ਬਚਾਅ ਹੋਵੇਗਾ। ਸੋ ਭੂਮੀ ਕਾਨੂੰਨ ਨੇ ਜਿਹੜੇ ਉਹਨਾਂ ਦੇ ਵਿੱਚ ਬਦਲਾਅ ਆ ਸਕਦਾ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਅਤੇ ਪੰਜਾਬ ਦੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਵਿੱਚ ਸਹਾਇਕ ਮੈਨੇਜਰ ਅਤੇ ਮੈਨੇਜਰ ਤੋਂ ਸੀਨੀਅਰ ਮੈਨੇਜਰ ਦੀਆਂ ਕੁੱਲ 214 ਤਰੱਕੀਆਂ ਕੀਤੀਆਂ ਗਈਆਂ ਨੇ। 55 ਮੈਨੇਜਰਾਂ ਨੂੰ ਸੀਨੀਅਰ ਮੈਨੇਜਰ ਪਦ ਉੱਨਤ ਕਰਨ ਦਾ ਫੈਸਲਾ ਜਿਹੜਾ ਲਿਆ ਗਿਆ। ਇਸ ਦੇ ਨਾਲ ਹੀ ਸਹਿਕਾਰੀ ਬੈਂਕਾਂ ਦੇ ਵਿੱਚ 856 ਜਿਹੜੀਆਂ ਭਰਤੀਆਂ ਨੇ ਉਹ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਦੀ ਕੈਬਨਿਟ ਬੈਠਕ ਹੋਏਗੀ 18 ਅਕਤੂਬਰ ਨੂੰ ਸਵੇਰੇ 9:30 ਵਜੇ ਸਿਵਲ ਸਕੱਤਰੇਤ ਪੰਜਾਬ ਦੇ ਵਿੱਚ। ਪ੍ਰਧਾਨਗੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਸੋਸ਼ਲ ਮੀਡੀਆ ਤੇ ਜਾਤੀ ਸੂਚਕ ਟਿੱਪਣੀ ਕਰਨ ਦੇ ਮਾਮਲੇ ਦੀ ਜਾਂਚ ਮੁਕੰਮਲ ਕਰਨ ਦੇ ਲਈ ਇਨਵੈਸਟੀਗੇਸ਼ਨ ਬਿਊਰੋ ਨੂੰ ਕਰੀਬ 1 ਮਹੀਨੇ ਦਾ ਸਮਾਂ ਦਿੰਦਿਆਂ 16 ਨਵੰਬਰ 2021 ਨੂੰ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ। ਕਮਿਸ਼ਨ ਦੇ ਮੈਂਬਰ ਗਿਆਨ ਚੰਦ ਨੇ ਦੱਸਿਆ ਕਿ ਸਤੰਬਰ ਮਹੀਨੇ ਦੇ ਵਿੱਚ ਫੇਸਬੁੱਕ ਤੇ ਇੱਕ ਵਿਅਕਤੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਜਾਤੀ ਸੂਚਕ ਅਤੇ ਭੱਦੀ ਕਿਸਮ ਦੀ ਟਿੱਪਣੀ ਕੀਤੀ ਸੀ, ਜਿਸ ਦਾ ਕਮਿਸ਼ਨ ਨੇ ਸਿਊਮੋਟੋ ਨੋਟਿਸ ਲਿਆ ਸੀ ਤੇ ਇਨਵੈਸਟੀਗੇਸ਼ਨ ਬਿਊਰੋ ਆਫ ਪੰਜਾਬ ਨੂੰ ਜਾਂਚ ਕਰਨ ਦੇ ਲਈ ਕਿਹਾ ਸੀ। ਇਸ ਜਾਂਚ ਤੋਂ ਬਾਅਦ ਜਿਹੜੇ ਇਨਵੈਸਟੀਗੇਸ਼ਨ ਬਿਊਰੋ ਦੇ ਡਾਇਰੈਕਟਰ ਹੈਗੇ ਨੇ ਉਹਨਾਂ ਨੇ ਕਮਿਸ਼ਨ ਨੂੰ ਲਿਖਤੀ ਤੌਰ ਤੇ ਦੱਸਿਆ ਸੀ, AIG ਬਲਰਾਜ ਸਿੰਘ ਨੇ, ਕਿ ਇਸ ਮਸਲੇ ਦੇ ਵਿੱਚ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ ਸਾਈਬਰ ਕ੍ਰਾਈਮ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਫੇਸ
2004 ਦੇ ਵਿੱਚ। ਉਹਨਾਂ ਦੱਸਿਆ ਕਿ ਫੇਸਬੁੱਕ ਤੇ ਉਹ ਪੋਸਟ ਤਾਂ ਡਿਲੀਟ ਕਰ ਦਿੱਤੀ ਗਈ ਹੈ, ਪਰ ਫੇਸਬੁੱਕ ਆਈਡੀ ਚਲਾਉਣ ਵਾਲੇ ਵਿਅਕਤੀ ਸੰਬੰਧੀ ਜਾਣਕਾਰੀ ਹਾਲੇ ਨਹੀਂ ਮਿਲ ਸਕੀ ਹੈ। ਸੋ 16 ਨਵੰਬਰ 2021 ਨੂੰ ਜਾਂਚ ਰਿਪੋਰਟ ਪੇਸ਼ ਜਿਹੜੀ ਹੈ ਉਹ ਕੀਤੀ ਜਾਵੇਗੀ। 1 ਮਹੀਨੇ ਦਾ ਸਮਾਂ ਦਿੱਤਾ ਹੈ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਨਵੈਸਟੀਗੇਸ਼ਨ ਬਿਊਰੋ ਨੂੰ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਸਿਹਤ ਠੀਕ ਨਹੀਂ ਹੈ। ਉਹਨਾਂ ਨੂੰ ਦਿੱਲੀ ਦੇ ਏਮਸ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। 99 ਸਾਲਾਂ ਦੇ ਡਾਕਟਰ ਮਨਮੋਹਨ ਸਿੰਘ ਨੂੰ ਬੁਖਾਰ ਚੜਿਆ ਸੀ, ਪਰ ਹਾਲਤ ਹੈ ਜਿਹੜੀ ਹਲੇ ਡਾਕਟਰਾਂ ਦੇ ਵੱਲੋਂ ਸਥਿਰ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਵੱਖ-ਵੱਖ ਵੱਡੇ ਲੀਡਰਾਂ ਨੇ ਉਹਨਾਂ ਦੀ ਸਿਹਤ ਦੀ ਜਿਹੜੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ, ਸਿਹਤਮੰਦ ਹੋਣ ਦੀ ਕਾਮਨਾ ਜਿਹੜੀ ਉਹ ਕੀਤੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਹਸਪਤਾਲ ਦੇ ਵਿੱਚ ਜਾ ਕੇ ਹਾਲ ਚਾਲ ਵੀ ਜਾਣਿਆ। ਕਾਂਗਰਸ ਪਾਰਟੀ ਨੇ ਟਵੀਟ ਕੀਤਾ ਕਿ ਸਾਰਾ ਦੇਸ਼ ਸਾਡੇ ਪਿਆਰੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਚੰਗੀ ਸਿਹਤ ਅਤੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰਿਆਂ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਹੈ। ਦਿੱਲੀ ਜੇਲ੍ਹ ਵਿਭਾਗ ਨੇ ਯੂਨੀਟੈਕ ਦੇ ਸਾਬਕਾ ਪ੍ਰਮੋਟਰ ਅਜੇ ਚੰਦਰਾ ਅਤੇ ਸੰਜੇ ਚੰਦਰਾ ਦੇ ਨਾਲ ਮਿਲੀਭੁਗਤ ਕਰਨ ਦੇ ਦੋਸ਼ ਦੇ ਵਿੱਚ ਤਿਹਾੜ ਜੇਲ੍ਹ ਦੇ 28 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜੇਲ੍ਹ ਦੇ ਸੀਨੀਅਰ ਅਧਿਕਾਰੀਆਂ ਦੇ ਮੁਤਾਬਿਕ ਤਿਹਾੜ ਜੇਲ੍ਹ ਦੇ 28 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ, ਜਦਕਿ 2 ਠੇਕੇ ਤੇ ਰੱਖੇ ਕਰਮਚਾਰੀਆਂ ਦੀਆਂ ਸੇਵਾਵਾਂ ਫਿਲਹਾਲ ਸਮਾਪਤ ਕਰ ਦਿੱਤੀਆਂ ਗਈਆਂ ਨੇ। ਦਿੱਲੀ ਸਰਕਾਰ ਵੱਲੋਂ 2 ਅਧਿਕਾਰੀਆਂ ਨੂੰ ਵੀ ਮੁਅੱਤਲ ਹੀ ਕੀਤਾ ਜਾਏਗਾ। ਯੂਨੀਟੈਕ ਦੇ ਸਾਬਕਾ ਪ੍ਰਮੋਟਰਾਂ ਦੇ ਨਾਲ ਯਾਰੀਆਂ ਪੁਗਾਉਣ ਦੇ ਬਦਲੇ ਇਹਨਾਂ ਨੂੰ ਮੁਅੱਤਲ ਕੀਤਾ ਗਿਆ ਹੈ। ਆਮ ਹੀ ਜੇਲ੍ਹਾਂ ਦੇ ਵਿੱਚ ਆਪਾਂ ਸੁਣਦੇ ਹਾਂ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਹੁੰਦੇ ਨੇ ਜਿਹੜੇ ਵੀ ਕੈਦੀ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਰੁਤਬੇ ਦੇ ਮੁਤਾਬਿਕ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਪੁਲਿਸ ਹੈ ਜਿਹੜੀ ਉਹ ਵਾਹਵਾ ਕੋਆਪਰੇਟ ਕਰਦੀ ਹੈ ਤੇ ਕਦੇ-ਕਦੇ ਡਿੱਕੇ ਚੜ ਜਾਂਦੇ ਨੇ। ਮੁੰਬਈ ਦੀ ਇੱਕ ਅਦਾਲਤ ਨੇ ਨਸ਼ੀਲੇ ਪਦਾਰਥ ਮਾਮਲੇ ਵਿੱਚ ਸ਼ਾਹਰੁਖ ਖਾਨ ਦੇ ਪੁੱਤ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਤੇ ਫੈਸਲਾ ਮੁੜ ਰਾਖਵਾਂ ਰੱਖ ਲਿਆ ਹੈ। ਅਦਾਲਤ ਦੇ ਵੱਲੋਂ 20 ਅਕਤੂਬਰ ਨੂੰ ਫੈਸਲਾ ਸੁਣਾਇਆ ਜਾਵੇਗਾ। ਫਿਲਮ ਸਟਾਰ ਦੇ ਪੁੱਤ ਨੂੰ ਹਾਲੇ ਹੋਰ ਕੁਝ ਦਿਨ ਜੇਲ੍ਹ ਦੇ ਵਿੱਚ ਗੁਜ਼ਾਰਨੇ ਪੈਣਗੇ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪ੍ਰਸ਼ੰਸਾ ਕੀਤੀ ਹੈ। 1971 ਵਿੱਚ ਪਾਕਿਸਤਾਨ ਦੇ ਨਾਲ ਹੋਈ ਜੰਗ ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵੱਲ ਇਸ਼ਾਰਾ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਉਹਨਾਂ ਨੇ ਨਾ ਸਿਰਫ ਕਈ ਸਾਲਾਂ ਤੱਕ ਦੇਸ਼ ਦੀ ਕਮਾਨ ਸੰਭੀ, ਸਗੋਂ ਜੰਗ ਦੇ ਸਮੇਂ ਵੀ ਅਗਵਾਈ ਕੀਤੀ। ਉਹਨਾਂ ਨੇ ਰਾਣੀ ਲక్ష్ਮੀਬਾਈ ਤੇ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦਾ ਵੀ ਜ਼ਿਕਰ ਕੀਤਾ। ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਭਾਰਤ ਮੁੜ ਸਰਜੀਕਲ ਸਟ੍ਰਾਈਕ ਕਰੇਗਾ ਜੇ ਪਾਕਿਸਤਾਨ ਅੱਤਵਾਦੀਆਂ ਨੂੰ ਇਸੇ ਤਰ੍ਹਾਂ ਹੱਲਾਸ਼ੇਰੀ ਦਿੰਦਾ ਰਹੇਗਾ। ਜੰਮੂ ਕਸ਼ਮੀਰ ਦੇ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਕਾਰਵਾਈ ਤੋਂ ਭੜਕੇ ਅਮਿਤ ਸ਼ਾਹ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜੇ ਤੁਸੀਂ ਨਾ ਸੁਧਰੇ ਤਾਂ ਅਸੀਂ ਇੱਕ ਹੋਰ ਸਰਜੀਕਲ ਸਟ੍ਰਾਈਕ ਕਰਾਂਗੇ। ਅਸੀਂ ਹਮਲੇ ਬਰਦਾਸ਼ਤ ਨਹੀਂ ਕਰ ਸਕਦੇ। ਜੇ ਤੁਸੀਂ ਉਲੰਘਣਾ ਕਰਦੇ ਹੋ ਤਾਂ ਅਸੀਂ ਹੋਰ ਸਟ੍ਰਾਈਕ ਤੁਹਾਡੇ ਤੇ ਕਰਾਂਗੇ। ਦਿੱਲੀ ਦੇ ਵਿੱਚ ਛਠ ਪੂਜਾ ਨੂੰ ਲੈ ਕੇ ਸਿਆਸਤ ਗਰਮ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਚਿੱਠੀ ਲਿਖ ਕੇ ਇਸ ਸਾਲ ਛਠ ਪੂਜਾ ਮਨਾਉਣ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਚਿੱਠੀ ਵਿੱਚ ਲਿਖਿਆ ਕਿ ਦਿੱਲੀ ਵਿੱਚ ਪਿਛਲੇ 3 ਮਹੀਨਿਆਂ ਤੋਂ ਕੋਵਿਡ ਮਹਾਮਾਰੀ ਕਾਬੂ ਵਿੱਚ ਹੈ। ਮੇਰਾ ਵਿਚਾਰ ਹੈ ਕਿ ਸਾਨੂੰ ਕੋਵਿਡ ਪ੍ਰੋਟੋਕੋਲ ਦਾ ਪੂਰਾ ਧਿਆਨ ਰੱਖਦੇ ਹੋਏ ਛਠ ਪੂਜਾ ਮਨਾਉਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਪਾਕਿਸਤਾਨ ਤੋਂ ਘੱਟ ਗਿਣਤੀਆਂ ਦੇ ਲਈ ਚੰਗੀ ਖਬਰ ਨਹੀਂ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਜਬਰੀ ਧਰਮ ਪਰਿਵਰਤਨ ਵਿਰੋਧੀ ਬਿੱਲ ਹੈ ਜਿਹੜਾ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਸੰਸਦੀ ਕਮੇਟੀ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਪਹਿਲਾਂ ਇਸ ਪ੍ਰਸਤਾਵਿਤ ਬਿੱਲ ਦਾ ਵਿਰੋਧ ਕੀਤਾ ਸੀ। ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੇ ਇਸ ਫੈਸਲੇ ਦਾ ਜਿਹੜਾ ਵਿਰੋਧ ਕੀਤਾ ਹੈ, ਜਿਹੜਾ ਹੁਣ ਬਿੱਲ ਰੱਦ ਕਰ ਦਿੱਤਾ ਗਿਆ ਹੈ। ਜਬਰੀ ਧਰਮ ਪਰਿਵਰਤਨ ਵਿਰੋਧੀ ਬਿੱਲ, ਯਾਨੀ ਕਿ ਪਾਕਿਸਤਾਨ ਦੇ ਵਿੱਚ ਜਬਰੀ ਧਰਮ ਪਰਿਵਰਤਨ ਕਰਾਏ ਜਾਣ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਜੇ ਇਸ ਬਿੱਲ ਨੂੰ ਰੱਦ ਕੀਤਾ ਗਿਆ ਹੈ। ਚੀਨ ਤੇ ਤਾਇਵਾਨ ਦੀ ਗੱਲ ਕਰ ਲਈਏ ਤਾਂ ਤਾਇਵਾਨ ਦੇ ਰੱਖਿਆ ਮੰਤਰੀ ਚਿਓ ਕੁਓ ਚੇਂਗ ਨੇ ਕਿਹਾ ਕਿ ਤਾਇਵਾਨ ਚੀਨ ਦੇ ਨਾਲ ਯੁੱਧ ਦੀ ਸ਼ੁਰੂਆਤ ਨਹੀਂ ਕਰੇਗਾ, ਪਰ ਆਪਣੀ ਰੱਖਿਆ ਪੂਰੀ ਤਾਕਤ ਦੇ ਨਾਲ ਕਰੇਗਾ। ਤਾਇਵਾਨ ਦੀ ਪਛਾਣ ਦੁਨੀਆ ਦੇ ਵੱਡੇ ਸੈਮੀਕੰਡਕਟਰ ਚਿਪਸ ਉਤਪਾਦਕ ਦੇ ਵਜੋਂ ਹੈ। ਉਸਨੇ ਲਗਾਤਾਰ ਕਿਹਾ ਕਿ ਚੀਨ ਨੇ ਹਮਲਾ ਕੀਤਾ ਤਾਂ ਅਸੀਂ ਸੁਰੱਖਿਆ ਪੂਰੇ ਦਮਖਮ ਦੇ ਨਾਲ ਆਪਣੀ ਕਰਾਂਗੇ। ਉਹਨਾਂ ਨੇ ਕਿਹਾ ਕਿ ਤਾਇਵਾਨ ਜਲਦਬਾਜ਼ੀ ਦੇ ਵਿੱਚ ਯੁੱਧ ਨੂੰ ਲੈ ਕੇ ਬਿਲਕੁਲ ਵੀ ਵਿਆਕੁਲ ਨਹੀਂ ਹੈ। ਚੀਨ ਦੇ ਨਾਲ ਤਾਇਵਾਨ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਨਾ ਬਣਨ, ਚੰਗੇ ਹਾਲਾਤ ਨੇ ਜਿਹੜੇ ਬਣੇ ਰਹਿਣ। ਉਹਨਾਂ ਨੇ ਕਿਹਾ ਕਿ ਸਪਸ਼ਟ ਹੈ ਕਿ ਤਾਇਵਾਨ ਯੁੱਧ ਦੀ ਸ਼ੁਰੂਆਤ ਨਹੀਂ ਕਰੇਗਾ, ਪਰ ਦੁਸ਼ਮਣ ਨੂੰ ਅਸੀਂ ਖੁੱਲ੍ਹ ਕੇ ਜਵਾਬ ਦੇਵਾਂਗੇ। ਹਾਲਾਂਕਿ ਚੀਨ ਕੁਝ ਦਿਨ ਪਹਿਲਾਂ ਕਹਿ ਚੁੱਕਿਆ, ਚੀਨ ਦੇ ਰਾਸ਼ਟਰਪਤੀ ਜੀ ਸ਼ਿਨਪਿੰਗ ਕਹਿ ਚੁੱਕੇ ਨੇ ਕਿ ਤਾਇਵਾਨ ਨੂੰ ਚੀਨ ਦੇ ਵਿੱਚ ਮਿਲਣਾ ਹੀ ਪਵੇਗਾ, ਚੀਨ ਦੇ ਵਿੱਚ ਮਿਲਾਉਣਾ ਹੀ ਪਵੇਗਾ। ਤਾਇਵਾਨ ਤੋਂ ਹੀ ਇੱਕ ਹਾਦਸੇ ਦੀ ਖਬਰ ਹੈ, ਜਿੱਥੇ ਦੱਖਣੀ ਤਾਇਵਾਨ ਦੇ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਨਾਲ ਘੱਟ ਤੋਂ ਘੱਟ
46 ਲੋਕਾਂ ਦੀ ਮੌਤ ਹੋ ਗਈ ਹੈ। ਹੋ ਸਕਦਾ ਹੈ ਕਿ ਹੋਰ ਲੋਕਾਂ ਦੀ ਮੌਤ ਹੈ ਜਿਹੜੀ ਉਹ ਹੋ ਜਾਵੇ, ਕਿਉਂਕਿ ਬਹੁਤ ਸਾਰੇ ਲੋਕ ਜ਼ਖਮੀ ਨੇ। ਕਾਓਸ਼ੁੰਗ ਸ਼ਹਿਰ ਦੇ ਵਿੱਚ 13 ਮੰਜ਼ਲਾ ਇਮਾਰਤ ਦੀਆਂ ਉੱਪਰਲੀਆਂ ਮੰਜ਼ਲਾਂ ਤੇ ਜਿਹੜੇ ਲੋਕ ਆਪਣੇ ਫਲੈਟਾਂ ਦੇ ਵਿੱਚ ਫਸ ਗਏ ਸੀ। ਫਾਇਰ ਬ੍ਰਿਗੇਡ ਦੇ ਮੁਤਾਬਿਕ ਹੇਠਲੀਆਂ ਮੰਜ਼ਲਾਂ ਤੇ ਉਪਯੋਗ ਦੇ ਵਿੱਚ ਨਾ ਆਉਣ ਵਾਲੇ ਸਮਾਨ ਦੇ ਢੇਰ ਕਾਰਨ ਬਚਾਅ ਕਾਰਜਾਂ ਦੇ ਵਿੱਚ ਦਿੱਕਤਾਂ ਆਈਆਂ। ਅੱਗ ਬੁਝਾਉਣ ਦੇ ਵਿੱਚ 4 ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗਿਆ ਤੇ ਇਸ ਸਮੇਂ ਦਰਮਿਆਨ 46 ਲੋਕ ਨੇ ਜਿਹੜੇ ਉਹ ਅੱਗ ਦੀ ਭੇਂਟ ਚੜ੍ਹ ਗਏ। ਇਮਾਰਤ ਦੇ ਹੇਠਲੇ ਹਿੱਸੇ ਦੇ ਵਿੱਚ ਪਹਿਲਾਂ ਇੱਕ ਰੈਸਟੋਰੈਂਟ, ਕਰਾਓਕੇ ਬਾਰ ਅਤੇ ਇੱਕ ਸਿਨੇਮਾ ਘਰ ਹੁੰਦਾ ਸੀ। ਇਹ ਸਭ ਬੰਦ ਪਏ ਸੀ, ਉਹਨਾਂ ਦੀ ਕੋਈ ਦੇਖਭਾਲ ਨਹੀਂ ਕਰ ਰਿਹਾ ਸੀ। ਇਮਾਰਤ ਵਿੱਚ ਕੁੱਲ 120 ਲੋਕ ਰਹਿੰਦੇ ਸੀ, ਜਿਨ੍ਹਾਂ ਵਿੱਚੋਂ ਕਈ ਲੋਕ ਬੁੱਢੇ ਅਤੇ ਕਈ ਲੋਕ ਜਿਹੜੇ ਅਪਾਹਜ ਸੀਗੇ। 79 ਲੋਕ ਨੇ ਜਿਹੜੇ ਹੁਣ ਤੱਕ ਹਸਪਤਾਲ ਪਹੁੰਚਾਏ ਜਾ ਚੁੱਕੇ ਨੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਗ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗ ਪਾਇਆ। ਲੈਬਨਾਨ ਤੋਂ ਖਬਰ ਹੈ, ਜਿੱਥੋਂ ਦੀ ਰਾਜਧਾਨੀ ਬੇਰੂਤ ਦੇ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਗੋਲੀਆਂ ਚੱਲੀਆਂ, ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ ਜ਼ਖਮੀ ਹੋਏ ਨੇ। ਪ੍ਰਦਰਸ਼ਨਕਾਰੀ ਪਿਛਲੇ ਸਾਲ ਬੰਦਰਗਾਹ ਤੇ ਹੋਏ ਭਿਆਨਕ ਵਿਸਫੋਟ ਦੀ ਜਾਂਚ ਕਰ ਰਹੇ ਜੱਜ ਦੇ ਵਿਰੋਧ ਵਿੱਚ ਇਕੱਠੇ ਹੋਏ ਸੀ। ਪ੍ਰਦਰਸ਼ਨ ਦੇ ਦੌਰਾਨ ਹਿਜ਼ਬੁੱਲਾ ਅਤੇ ਅਮਾਲ ਨਾਮੀ ਜਥੇਬੰਦੀਆਂ ਦੇ ਸਮਰਥਕ ਜੱਜ ਤਾਰਿਕ ਬਿੱਟਰ ਨੂੰ ਬਦਲਣ ਦੀ ਮੰਗ ਕਰ ਰਹੇ ਸੀ ਤਾਂ ਉਦੋਂ ਹੀ ਭਾਰੀ ਗੋਲੀਬਾਰੀ ਹੈ ਜਿਹੜੀ ਉਹ ਸ਼ੁਰੂ ਹੋ ਗਈ। ਇਸ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਕਈ ਲੋਕ ਜ਼ਖਮੀ ਹੋ ਗਏ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਜੱਜ ਤਾਰਿਕ ਬਿੱਟਰ ਪਿਛਲੇ ਸਾਲ ਬੇਰੂਤ ਦੀ ਬੰਦਰਗਾਹ ਤੇ ਹੋਏ ਧਮਾਕੇ ਦੀ ਪੁੱਛਗਿੱਛ ਦੇ ਲਈ ਹਿਜ਼ਬੁੱਲਾ ਦੇ ਸਹਿਯੋਗੀ ਸਾਬਕਾ ਕੈਬਨਿਟ ਮੰਤਰੀਆਂ ਦੇ ਖਿਲਾਫ ਜਾਣਬੁੱਝ ਕੇ ਲਾਪਰਵਾਹੀ ਦੇ ਇਲਜ਼ਾਮ ਲਾ ਰਹੇ ਨੇ। ਇਸ ਤੋਂ ਪਹਿਲਾਂ ਇੱਕ ਅਦਾਲਤ ਨੇ ਇਸੇ ਜੱਜ ਦੇ ਖਿਲਾਫ ਲਾਈ ਗਈ ਇੱਕ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਸੀ। ਹਾਦਸੇ ਦੀ ਇੱਕ ਖਬਰ ਬੰਗਲਾਦੇਸ਼ ਤੋਂ ਵੀ ਆ ਰਹੀ ਹੈ, ਜਿੱਥੇ ਇੱਕ ਫੇਸਬੁੱਕ ਪੋਸਟ ਦੇ ਕਾਰਨ ਹਿੰਸਾ ਇੰਨੀ ਭੜਕ ਗਈ ਕਿ ਦੁਰਗਾ ਪੂਜਾ ਪੰਡਾਲਾਂ ਦੇ ਵਿੱਚ ਭੰਨਤੋੜ ਹੋ ਗਈ ਤੇ 3 ਲੋਕਾਂ ਦੀ ਮੌਤ ਹੋ ਗਈ। ਘੱਟ ਤੋਂ ਘੱਟ 150 ਘੱਟ ਗਿਣਤੀ ਪਰਿਵਾਰਾਂ ਤੇ ਹਮਲੇ ਹੋਏ। 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੈ ਜਿਹੜੀ ਉਹ ਸਰਕਾਰ ਨੇ ਕੀਤੀ ਹੈ। ਬੰਗਲਾਦੇਸ਼ ਦੇ ਕੋਮਿੱਲਾ ਜ਼ਿਲ੍ਹੇ ਦੇ ਵਿੱਚ ਇੱਕ ਪੂਜਾ ਪੰਡਾਲ ਦੇ ਵਿੱਚ ਕੁਰਾਨ ਦੇ ਕਥਿਤ ਅਪਮਾਨ ਦੀ ਅਫਵਾਹ ਫੈਲਣ ਤੋਂ ਬਾਅਦ ਹਿੰਸਾ ਭੜਕ ਗਈ, ਜਿਸ ਤੋਂ ਬਾਅਦ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ। 3 ਲੋਕਾਂ ਦੀ ਮੌਤ ਦੇ ਨਾਲ-ਨਾਲ 2 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ। ਅਫਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਦੀ ਗੱਲ ਕਰ ਲਈਏ ਤਾਂ ਪਾਕਿਸਤਾਨ ਅਤੇ ਈਰਾਨ ਦੇ ਵਿੱਚ ਹੁਣ ਇਸ ਗੱਲ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਕਿ ਦੋਵੇਂ ਮੁਲਕ ਅਫਗਾਨਿਸਤਾਨ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਬਣਾਉਣ ਦੇ ਵਿੱਚ ਮਿਲ ਕੇ ਮਦਦ ਕਰਨਗੇ, ਸਾਂਝੇ ਰੂਪ ਦੇ ਵਿੱਚ ਮਦਦ ਕਰਨਗੇ। ਈਰਾਨ ਦੇ ਸੈਨਾ ਮੁਖੀ ਮੇਜਰ ਜਨਰਲ ਮੁਹੰਮਦ ਹੁਸੈਨ ਬਾਕੋਰੀ ਪਾਕਿਸਤਾਨ ਦੇ ਦੌਰੇ ਤੇ ਨੇ। ਉਹਨਾਂ ਦੀ ਮੁਲਾਕਾਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਹੋਈ ਹੈ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਜਿਹੜੀ ਉਹ ਨਸ਼ਰ ਕੀਤੀ ਗਈ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।